मेरे को ਜਿਹੜੇ मेरी आपदी कलैक्शन ਦੇ ਵਿੱਚ ਲਗਭਗ 18,000 ਸਿੱਕਾ ਤੇ ਮੇਰੇ ਦਾਦਾ ਜੀ ਜਿਹੜੇ ਸਰਦਾਰ ਸ਼ਿਆਮ ਸਿੰਘ ਜੀ ਉਹਨਾਂ ਨੇ ਮੈਨੂੰ ਪੁਰਾਣੇ ਜਿਹੜੇ ਆਨੇ ਧੇਲੇ ਗਲੀ ਵਾਲੇ ਪੈਸੇ ਹੁੰਦੇ ਸੀ ਪੁਰਾਣੇ ਟਾਈਮਾਂ ਦੇ ਵਿੱਚ ਉਹ ਮੈਨੂੰ ਦਿੱਤੇ ਸੀ। ਇਹ ਪ੍ਰਦਰਸ਼ਨੀ ਲਾਉਣ ਦਾ ਮੇਨ ਮਕਸਦ ਆ ਵੀ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਛੋਟਾ ਜਿਹਾ ਉਪਰਾਲਾ ਕੀਤਾ। ਇੱਧਰ ਜੇ ਆਪਾਂ ਸਿੱਖ ਰਾਜ ਦੀ ਗੱਲ ਕਰੀਏ ਮਹਾਰਾਜਾ ਦਲੀਪ ਸਿੰਘ ਦਾ ਜਿਹੜਾ ਇਹ ਚਾਂਦੀ ਦਾ ਰੁਪਿਆ ਜੀ, ਜਿਹੜਾ ਚਾਂਦੀ ਦਾ ਹੁੰਦਾ ਸੀਗਾ ਜੀ ਇਹਨੂੰ ਆਪਾਂ ਰੁਪਿਆ ਕਹਿੰਦੇ ਆ। ਇਹ ਜਿਹੜੇ ਸਿੱਕੇ ਨੇ ਇਹ ਤਾਂ ਮਤਲਬ 1799 ਦੇ ਨੇੜੇ ਤੇੜੇ ਦਾ ਜਿਹੜਾ ਰਾਜ ਰਿਹਾ ਤੇ 1839 ਤੱਕ ਚੱਲਿਆ। ਜਿਵੇਂ ਮਹਾਰਾਜਾ ਸ਼ੇਰ ਸਿੰਘ ਦੇ ਸਿੱਕੇ ਨੇ ਜੀ ਸਾਰੇ ਇਹ ਤੇ ਉਸ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਆ ਗਿਆ ਜੀ, ਮਹਾਰਾਣੀ ਚੰਦ ਕੌਰ ਆ ਗਈ ਜੀ। ਜ਼ਿਆਦਾਤਰ ਅੰਮ੍ਰਿਤਸਰ ਮਿੰਟ ਹੁੰਦੀ ਸੀ, ਲਾਹੌਰ ਮਿੰਟ ਹੁੰਦੀ ਸੀ, ਮੁਲਤਾਨ ਹੁੰਦੀ ਸੀ, ਪਿਸ਼ਾਵਰ ਮਿੰਟ ਹੁੰਦੀ ਸੀ, ਜਿਹੜੀ ਸਿੱਖ ਰਾਜ ਦੀਆਂ ਮਿੰਟਾਂ ਸੀਗੀਆਂ ਜਿੱਥੇ ਸਿੱਕਾ ਬਣਦਾ ਹੁੰਦਾ ਸੀ। ਇਹ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਨੇ ਜੀ ਤੇ ਇਹਦੇ ਵਿੱਚ ਜਿਹੜਾ ਇਹ ਸਿੰਬਲ ਬਣਿਆ ਹੋਇਆ ਇਹ ਝੰਡੇ ਦਾ ਸਿੰਬਲ ਆ। ਝੰਡੇ ਦਾ ਸਿੰਬਲ ਮਤਲਬ ਇਸ ਕਰਕੇ ਲਾਇਆ ਸੀ ਕਿਉਂਕਿ ਲਾਹੌਰ ਫਤਿਹ ਕਰ ਲਈ ਸੀ, ਉਦੋਂ ਬਾਅਦ ਇਹ ਝੰਡੇ ਦਾ ਸਿੰਬਲ ਲਾਉਣਾ ਸ਼ੁਰੂ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ। ਵੀ ਮਹਾਰਾਜਾ ਰਣਜੀਤ ਸਿੰਘ ਜਿਹੜਾ ਹਿੰਦੂ ਧਰਮ ਦਾ ਤਰਸ਼ੂਲ ਦਾ ਨਿਸ਼ਾਨ ਆ, ਸਿੰਬਲ ਆ, ਵੀ ਉਹਨੂੰ ਵੀ ਉਨੀ ਰਿਸਪੈਕਟ ਦੇ ਰਹੇ ਨੇ ਤੇ ਉਹ ਸਾਰੇ ਧਰਮਾਂ ਨੂੰ ਇੱਕ ਮੰਨ ਕੇ ਚੱਲ ਰਹੇ ਨੇ। ਜੀ ਸਿੱਧੂ ਘਾਟੀ ਦੀ ਸਭਿਅਤਾ ਦੇ ਜਿਹੜੇ ਸਿੱਕੇ ਨੇ ਉਹ ਲਗਭਗ ਪੀਰੀਅਡ ਹੈਗਾ ਬਹੁਤ ਪੁਰਾਣਾ। ਜਿਹੜਾ ਸਿੱਕਾ ਬਣਿਆ ਨਾ ਜੀ ਉਹ 2700 ਸਾਲ। ਵੀ ਘਰ ਦੀ ਪੋਜੀਸ਼ਨ ਵੀ ਕਈ ਵਾਰੀ ਇੰਨੀ ਟਾਈਟ ਹੋ ਜਾਂਦੀ ਹੈ ਵੀ ਮਤਲਬ ਸਾਰਾ ਖਰਚਾ ਕਰਨਾ ਗੁਜ਼ਾਰਾ ਬਹੁਤ ਔਖਾ ਹੋ ਜਾਂਦਾ। ਪਰ ਜੇ ਕੋਈ ਚੀਜ਼ ਮਿਲਦੀ ਹੋਵੇ ਪਰ ਮੈਂ ਉਹ ਨਹੀਂ ਛੱਡ ਸਕਦਾ, ਚਾਹੇ ਮੈਂ ਵਿਆਜ ਤੇ ਪੈਸੇ ਲਵਾਂ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਕਿ ਗੁਰਦੁਆਰਾ ਸ਼ਹੀਦਾਂ ਮਾਹਲਪੁਰ ਦੀ ਧਰਤੀ ਤੇ ਆਇਆ ਹੋਇਆ ਵਾਂ, ਕਿਉਂਕਿ ਇੱਥੇ ਵੀਰਾਂ ਨੇ ਬੜੇ ਵੱਡੇ ਪੱਧਰ ਦੇ ਉੱਪਰ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਹੈ। ਜੇ ਗੱਲ ਕਰਾਂ ਵੀ ਇਸ ਪ੍ਰਦਰਸ਼ਨੀ ਵਿੱਚੋਂ ਕੀ ਪ੍ਰਾਪਤ ਹੋਵੇਗਾ, ਜਦੋਂ ਸਿੱਕਿਆਂ ਦੀ ਗੱਲ ਕਰਦਾ ਮੈਂ, ਕੁਝ ਸਿੱਖ ਰਾਜ ਨਾਲ ਜੁੜੇ ਹੋਏ ਨੇ, ਕੁਝ ਮੁਗਲ ਕਾਲ ਦੇ ਨੇ, ਕੁਝ ਇਸ ਤੋਂ ਵੀ ਪਹਿਲਾਂ ਦੇ ਨੇ। ਉਹ ਸਿੱਕਿਆਂ ਵੱਲ ਜਦੋਂ ਦੇਖਦੇ ਹਾਂ ਤਾਂ ਸਾਨੂੰ ਕੁਦਰਤੀ ਬਾਤ ਹੈ, ਬੱਚਾ ਪੁੱਛਦਾ ਸਿੱਕਾ ਕਦੋਂ ਦਾ ਹੈ, ਇਹ 'ਤੇ ਕੀ ਲਿਖਿਆ ਹੋਇਆ ਹੈ, ਤੇ ਸਾਡੇ ਵੀਰ ਉਹਨੂੰ ਜਾਣਕਾਰੀਆਂ ਦਿੰਦੇ ਨੇ ਵੀ ਇਹ ਸਿੱਕਾ ਇਸ ਯੁੱਗ ਦਾ ਹੈ, ਇਹਦੇ ਉੱਪਰ ਆਹ ਲਿਖਿਆ ਹੋਇਆ ਹੈ। ਤੇ ਮੇਰੇ ਖਿਆਲ ਦੇ ਵਿੱਚ ਬੱਚਿਆਂ ਸਾਡਿਆਂ ਨੂੰ ਕਾਫੀ ਜਾਣਕਾਰੀ ਪ੍ਰਾਪਤ ਹੁੰਦੀ ਹੈ, ਇਤਿਹਾਸ ਤੋਂ ਜਾਣੂ ਹੋ ਜਾਂਦੇ ਨੇ। ਆਓ ਇਹਨਾਂ ਵੀਰਾਂ ਦੇ ਕੋਲੋਂ ਜਾਣਕਾਰੀ ਲੈਂਦੇ ਹਾਂ। ਸਾਡੇ ਨਾਲ ਸਤਿਕਾਰਯੋਗ ਉਹ ਸਾਰੇ ਵੀਰ ਪਰਮਿੰਦਰ ਸਿੰਘ ਜੀ, ਤੇ ਇਹਨਾਂ ਦੇ ਕੋਲੋਂ ਪੁੱਛਦੇ ਹਾਂ ਅੱਜ ਇਹ ਵੀ ਮਾਲਪੁਰ ਦੀ ਧਰਤੀ ਤੇ ਆਏ ਹੋਏ ਨੇ, ਗੁਰਦੁਆਰਾ ਸ਼ਹੀਦਾਂ ਵਿਖੇ ਆਪਣੀਆਂ ਹਾਜ਼ਰੀਆਂ ਦੇ ਰਹੇ ਨੇ। ਆਓ ਗੱਲਬਾਤ ਕਰਦੇ ਹਾਂ। ਵੀਰਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜੇ ਗੱਲਬਾਤ ਕਰੀਏ ਤੇ ਮੈਂ ਚਾਹਾਂਗਾ ਵੀਰਾ ਜੀ ਆ ਦੂਰ ਤੱਕ ਦਿਖਾਓ ਪਹਿਲਾਂ, ਤਾਂ ਕਿ ਪਤਾ ਲੱਗ ਸਕੇ ਵੀ ਹੈ ਕੀ। ਕਿਉਂਕਿ ਇੱਥੋਂ ਆਪਾਂ ਜੇ ਸ਼ੁਰੂਆਤ ਕਰੀਏ ਤੇ ਦਰਸ਼ਕੋ ਬੜੀ ਦੂਰ ਤੱਕ ਜਿੱਥੇ ਸਾਡੇ ਕੋਲ ਨਜ਼ਰ ਜਾਂਦੀ ਹੈ ਇਹ ਸਿੱਕੇ ਹੀ ਸਿੱਕੇ ਨੇ। ਹੁਣ ਕਈਆਂ ਦੇ ਮਨ ਦੇ ਵਿੱਚ ਖਿਆਲ ਆਵੇਗਾ ਵੀ ਇਹ ਕਿਹੜੀ ਧਾਤ ਦੇ ਨੇ। ਵਾਕਈ ਸਵਾਲ ਮੇਰੇ ਅੰਦਰ ਵੀ ਨੇ, ਪਰ ਦੱਸਣਗੇ ਸਾਨੂੰ ਪਰਮਿੰਦਰ ਸਿੰਘ। ਉਹਦਾ ਬੜਾ ਵੱਡਾ ਕਾਰਨ ਹੈ ਕਿਉਂਕਿ ਜਿਨ੍ਹਾਂ ਨੇ ਖੋਜੇ ਨੇ ਉਹਨਾਂ ਨੇ ਬਕਾਇਦਾ ਲਿਖਿਆ ਵੀ ਹੋਇਆ ਇਹਦੇ ਉੱਪਰ ਬਈ ਇਹ ਸਿੱਕੇ ਕਦੋਂ ਦੇ ਨੇ, ਕਿੱਥੋਂ ਪ੍ਰਾਪਤ ਕੀਤੇ ਨੇ, ਤੇ ਇਹਨਾਂ ਦੇ ਉੱਤੇ ਕੀ ਲਿਖਿਆ ਹੋਇਆ। ਆਓ ਆਪਾਂ ਜਾਣਕਾਰੀਆਂ ਵੀਰਾਂ ਦੇ ਕੋਲੋਂ ਲੈਂਦੇ ਹਾਂ। ਪਰ ਪਹਿਲਾਂ ਮੈਂ ਤੁਹਾਨੂੰ ਚਾਹਾਂਗਾ ਵੀ ਇਹ ਸਾਰੇ ਸਿੱਕੇ ਦਿਖਾਏ ਜਾਣ। ਇਹ ਸਿੱਕੇ ਫੋਟੋ ਕਾਪੀ ਨਹੀਂ ਹੈ। ਕਈਆਂ ਦੇ ਮਨ ਦੇ ਵਿੱਚ ਖਿਆਲ ਆਵੇਗਾ ਕਿਤੇ ਫੋਟੋ ਕਾਪੀ ਤੇ ਨਹੀਂ, ਓਰੀਜਨਲ ਸਿੱਕਾ ਵਿੱਚ ਰੱਖਿਆ ਹੋਇਆ। ਉਸ ਤੋਂ ਬਾਅਦ ਇਹਦੇ ਉੱਪਰ ਇਸ ਤਰੀਕੇ ਨਾਲ ਇਹਨੂੰ ਕਵਰ ਕੀਤਾ ਹੋਇਆ ਤਾਂ ਕਿ ਚੋਰੀ ਨਾ ਹੋ ਜੇ, ਜਾਂ ਕਿਸੇ ਹੁਣ ਸੱਜਣ ਜੇ ਕੋਈ ਲੈ ਵੀ ਜਾਵੇਗਾ ਹੋ ਸਕਦਾ ਉਹਦੇ ਕੰਮ ਨਾ ਆਵੇ, ਪਰ ਇਹਨਾਂ ਵੀਰਾਂ ਦੀ ਖੋਜ ਦੇ ਉੱਪਰ ਬੜਾ ਵੱਡਾ ਨੁਕਸਾਨ ਹੋਵੇਗਾ। ਇਸ ਕਰਕੇ ਇਹਨਾਂ ਨੇ ਪ੍ਰੋਪਰਲੀ ਸਾਰਾ ਪ੍ਰਬੰਧ ਕੀਤਾ ਹੋਇਆ ਤੇ ਇੱਥੇ ਆਪਾਂ ਜਾਣਕਾਰੀਆਂ ਲੈਂਦੇ ਹਾਂ। ਵੀਰਾ ਜੀ, ਮੈਨੂੰ ਜਾਣਕਾਰੀ ਦਿਓ, ਆਪਾਂ ਇਤਿਹਾਸਿਕ ਸਥਾਨ ਦੇ ਉੱਪਰ ਆ, ਮਾਹਲਪੁਰ ਦੀ ਧਰਤੀ ਤੇ ਆ, ਇਹ ਸਿੱਕੇ ਪੁਰਾਣੇ ਇਕੱਠੇ ਕਰਨ ਦਾ ਤੁਹਾਨੂੰ ਸ਼ੌਂਕ ਕਿੱਥੋਂ ਪੈਦਾ ਹੋਇਆ? ਜਦੋਂ ਮੈਂ ਛੋਟਾ ਜਿਹਾ ਸੀਗਾ ਤੇ ਦੂਜੀ ਤੀਜੀ ਕਲਾਸ ਦੇ ਵਿੱਚ ਪੜ੍ਹਦਾ ਸੀਗਾ ਤੇ ਮੇਰੇ ਦਾਦਾ ਜੀ ਜਿਹੜੇ ਸਰਦਾਰ ਸ਼ਿਆਮ ਸਿੰਘ ਜੀ ਉਹਨਾਂ ਨੇ ਮੈਨੂੰ ਪੁਰਾਣੇ ਜਿਹੜੇ ਆਨੇ ਧੇਲੇ ਗਲੀ ਵਾਲੇ ਪੈਸੇ ਹੁੰਦੇ ਸੀ ਪੁਰਾਣੇ ਟਾਈਮਾਂ ਦੇ ਵਿੱਚ ਉਹ ਮੈਨੂੰ ਦਿੱਤੇ ਸੀ। ਤੇ ਬਸ ਉਹ ਸਾਂਭੇ ਤੇ ਉਦੋਂ ਬਾਅਦ ਹੌਲੀ ਹੌਲੀ ਸ਼ੌਂਕ ਪੈ ਗਿਆ, ਕਿਤੋਂ ਵੀ ਕੁਛ ਵੀ ਮੈਨੂੰ ਮਿਲਣਾ, ਕੋਈ ਸਿੱਕਾ ਮਿਲਣਾ, ਕੋਈ ਹੋਰ ਚੀਜ਼ ਮਿਲਣੀ ਤਾਂ ਮੈਂ ਉਹਨੂੰ ਸਾਂਭਦਾ ਗਿਆ। ਉਹ ਜਿਹੜਾ ਸਾਂਭਣ ਦਾ ਮੇਰਾ ਜਿਹੜਾ ਸ਼ੌਂਕ ਸੀ ਉਹ ਅੱਜ ਜਨੂਨ ਬਣ ਗਿਆ। ਅੱਜ ਕਿਤੋਂ ਵੀ ਮੈਨੂੰ ਕੁਛ ਵੀ ਕਿਤੇ ਵੀ ਪੂਰੇ ਇੰਡੀਆ ਦੇ ਵਿੱਚੋਂ ਕਿਤੋਂ ਵੀ ਕਾਲ ਆ ਜਾਵੇ ਜਾਂ ਮੈਨੂੰ ਪਤਾ ਲੱਗ ਜਾਵੇ ਵੀ ਭਾਈ ਆਹ ਚੀਜ਼ ਉੱਥੇ ਪਈ ਆ, ਤਾਂ ਮੈਂ ਮਤਲਬ ਉਸ ਘਰ ਦੇ ਵਿੱਚ ਜਾ ਕੇ
ਚਾਹੇ ਉਹ ਬਿੰਨਤਾਂ ਕਰਕੇ ਮਿਲੇ, ਚਾਹੇ ਉਹ ਪੈਸੇ ਖਰਚ ਕੇ ਮਿਲੇ, ਮੈਂ ਉਹ ਸਿੱਕੇ ਜਾਂ ਉਹ ਧਾਰਮਿਕ ਗ੍ਰੰਥ ਜਾਂ ਉਹ ਸ਼ਸਤਰ ਉਹ ਜਾਂ ਉਹ ਇਤਿਹਾਸ ਨਾਲ ਜੁੜੀ ਹੋਈ ਪੇਂਡੂ ਸੱਭਿਆਚਾਰ ਦੀ ਚੀਜ਼, ਕੋਈ ਵੀ ਚੀਜ਼ ਵਸਤੂ ਹੋਵੇ, ਉਹ ਮੈਂ ਮਤਲਬ ਲਿਆਉਣਾ। ਤੇ ਫਿਰ ਇਹ ਨਹੀਂ ਵੀ ਮੈਂ ਲਿਆ ਕੇ ਉਹਨਾਂ ਨੂੰ ਆਪਣੇ ਘਰ ਵਿੱਚ ਜਿੰਦਾ ਲਾ ਕੇ ਰੱਖ ਲੈਣਾ। ਤੇ ਮੇਰੇ ਉਸਤਾਦ ਸੁਰੇਸ਼ ਜੈਨ ਜੀ, ਮੇਰੇ ਪੰਜਾਬੀ ਟੀਚਰ, ਉਹਨਾਂ ਨੇ ਮੈਨੂੰ ਸਮਝਾਇਆ ਵੀ ਇਹ ਚੀਜ਼ਾਂ ਆਪਦੇ ਘਰ ਤੱਕ ਸੀਮਤ ਨਹੀਂ ਰਹਿਣੀਆਂ ਚਾਹੀਦੀਆਂ ਤੇਰੇ, ਵੀ ਇਹਨਾਂ ਨੂੰ ਪ੍ਰਦਰਸ਼ਨੀ ਲਾ ਕੇ ਬੱਚਿਆਂ ਨੂੰ ਦਿਖਾਓ ਤਾਂ ਕਿ ਬੱਚਿਆਂ ਨੂੰ ਆਪਣੀ ਵਿਰਾਸਤ ਦਾ ਪਤਾ ਲੱਗੇ, ਆਪਣੀ ਵਡਮੁੱਲੀ ਵਿਰਾਸਤ ਬਾਰੇ ਜਾਣਕਾਰੀ ਮਿਲੇ, ਉਹ ਆਪਣੀਆਂ ਜੜ੍ਹਾਂ ਨਾਲ ਜੁੜ ਸਕਣ। ਇਸ ਕਰਕੇ ਮੈਂ ਲਗਭਗ ਪਿਛਲੇ 10 ਸਾਲ ਤੋਂ ਮੈਂ ਪ੍ਰਦਰਸ਼ਨੀਆਂ ਲਾ ਰਿਹਾ। ਤੇ ਅੱਜ ਜਿਹੜੀ ਇੱਥੇ ਗੁਰਦੁਆਰਾ ਸ਼ਹੀਦਾਂ ਮਾਲਪੁਰ ਦੇ ਵਿੱਚ ਜਿਹੜੀ ਪ੍ਰਦਰਸ਼ਨੀ ਆ, ਅੱਜ ਮੇਰੀ 182ਵੀਂ ਪ੍ਰਦਰਸ਼ਨੀ ਆ ਜੀ। ਬੱਲੇ ਬੱਲੇ ਬੱਲੇ, 182ਵੀਂ। ਜੀ ਜੀ। ਪਰ ਮੇਰੇ ਖਿਆਲ ਦੇ ਵਿੱਚ ਸਾਡੇ ਅਕਾਲ ਚੈਨਲ ਤੇ ਤੁਸੀਂ ਪਹਿਲੀ ਵਾਰੀ ਆਏ ਹੋ। ਜੀ ਜੀ ਜੀ, ਪਹਿਲੀ ਵਾਰ ਆਇਆ ਜੀ। ਤੇ 182ਵੀਂ ਪ੍ਰਦਰਸ਼ਨੀ ਆ। ਤੇ ਇੰਡੀਆ ਲੈਵਲ ਤੇ ਵਾਹਿਗੁਰੂ ਦੀ ਕਿਰਪਾ ਨਾਲ, ਉਹ ਸੱਚੇ ਪਾਤਸ਼ਾਹ ਦੀ ਮਤਲਬ ਕਿਰਪਾ ਨਾਲ ਇੰਡੀਆ ਲੈਵਲ ਤੇ 5 ਅਵਾਰਡ ਵੀ ਮਿਲ ਚੁੱਕੇ ਨੇ। ਤੇ ਵਾਹਿਗੁਰੂ ਦੀ ਕਿਰਪਾ ਨਾਲ ਕਾਫੀ ਮਤਲਬ ਸਹਿਯੋਗ ਮਿਲਦਾ, ਸੰਗਤ ਦਾ ਬਹੁਤ ਮਤਲਬ ਸਹਿਯੋਗ ਮਿਲਦਾ। ਇਹ ਪ੍ਰਦਰਸ਼ਨੀ ਲਾਉਣ ਦਾ ਮੇਨ ਮਕਸਦ ਆ ਵੀ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਛੋਟਾ ਜਿਹਾ ਉਪਰਾਲਾ ਕੀਤਾ ਹੋਇਆ, ਬੱਚਿਆਂ ਨੂੰ ਵਿਰਾਸਤ ਨਾਲ ਜੋੜਨ ਦਾ ਉਪਰਾਲਾ ਕੀਤਾ ਹੋਇਆ ਜੀ। ਜੇ ਅਸੀਂ ਗੱਲਬਾਤ ਕਰੀਏ, ਜਿਹੜੇ ਤੁਸੀਂ ਇੰਨੇ ਸਿੱਕੇ ਇਕੱਠੇ ਕੀਤੇ ਹੋਏ ਨੇ ਤੇ ਬਹੁਤ ਜ਼ਿਆਦੀ ਗਿਣਤੀ ਦੇ ਵਿੱਚ ਹੋ ਜਾਂਦੇ ਆ, ਹਨਾ, ਇਹਦੇ ਲਈ ਕਿੱਥੇ ਕਿੱਥੇ ਤੱਕ ਤੁਹਾਨੂੰ ਜਾਣਾ ਪਿਆ? ਅਸਲੀ ਤਾਂ ਗੱਲ ਇਹ ਆ ਜੀ ਵੀ ਚਾਹੇ ਉਹ ਪੰਜਾਬ ਦੇ ਵਿੱਚੋਂ ਮੈਨੂੰ ਪਤਾ ਲੱਗੇ, ਚਾਹੇ ਉਹ ਰਾਜਸਥਾਨ, ਚਾਹੇ ਉਹ ਹਰਿਆਣਾ, ਚਾਹੇ ਉਹ ਮਤਲਬ ਦੂਰ ਦੂਰ ਦਰਾਡੇ ਜਿੱਥੇ ਮਰਜ਼ੀ ਮੈਨੂੰ ਪਤਾ ਲੱਗੇ ਵੀ ਇਹ ਸਿੱਕੇ ਪਏ ਨੇ ਜਾਂ ਕੋਈ ਪੁਰਾਤਨ ਹੱਥ ਲਿਖਤ ਪਈ ਆ ਜਾਂ ਕੋਈ ਪੁਰਾਣੇ ਕੁਛ ਵੀ ਆਈਟਮ ਪਈ ਆ, ਤਾਂ ਉਹ ਮਤਲਬ ਮੈਂ ਦੂਰ ਦੂਰ ਤੱਕ ਜਾਣਾ। ਤੇ ਇਹੋ ਜਿਹਾ ਸਮਾਂ ਵੀ ਆਇਆ ਵੀ ਚੀਜ਼ ਸਾਹਮਣੇ ਪਈ ਆ ਤੇ ਪੈਸੇ ਨਹੀਂ ਹੁੰਦੇ। ਅਗਲਾ ਜਿਹਦੇ ਕੋਲ ਪਈ ਹੁੰਦੀ ਆ ਉਹ ਮਤਲਬ ਐਡਾ ਮੂੰਹ ਅੱਡਦਾ ਵੀ ਤਾਂ ਆਪਣੇ ਪਹੁੰਚ ਤੋਂ ਬਾਹਰ ਹੋ ਜਾਂਦਾ। ਪਰ ਫਿਰ ਵੀ ਮਤਲਬ ਮੈਂ ਕੋਸ਼ਿਸ਼ ਕੀਤੀ ਆ, ਆਪਣੀ ਪਹੁੰਚ ਤੋਂ ਵੱਧ ਕੇ ਮਤਲਬ ਆਪਣੀ ਵਿਰਾਸਤ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਆ। ਮੈਂ ਇਹੋ ਜਿਹਾ ਸਮਾਂ ਵੀ ਆਇਆ ਵੀ ਮੈਂ ਵਿਆਜ 'ਤੇ ਪੈਸੇ ਲੈ ਕੇ ਵੀ ਸਿੱਕੇ ਲੈਤੇ ਨੇ। ਵਿਆਜ ਆਪਣਾ ਮੋਟਰਸਾਈਕਲ ਦੇ ਕਾਗਜ਼ ਰੱਖ ਕੇ ਮੈਂ ਤੀਰ ਲੈਤੇ, ਤਲਵਾਰਾਂ ਲੈਤੀਆਂ, ਤੇ 50,000 ਰੁਪਈਆ ਮੈਂ ਮਤਲਬ ਵਿਆਜ 'ਤੇ ਚੱਕ ਕੇ ਬਾਅਦ ਵਿੱਚ ਕਿਸ਼ਤਾਂ ਮੋੜ ਕੇ ਮਤਲਬ ਆਪਣੇ ਕਾਗਜ਼ ਛੁਡਾਏ ਨੇ। ਮੇਰਾ ਜਿਹੜਾ ਜਨੂਨ ਆ, ਮੇਰਾ ਜਿਹੜਾ ਮਕਸਦ ਆ, ਉਹ ਇਹੀ ਆ ਵੀ ਆਪਣੀ ਵਿਰਾਸਤ ਨੂੰ ਬਚਾਉਣਾ। ਜਿਹੜਾ ਕੰਮ ਅੱਜ ਦੇ ਲੀਡਰ ਜਾਂ ਅੱਜ ਦੇ ਭੁੱਖੇ ਚੌਧਰੀ ਨਹੀਂ ਕਰਦੇ, ਵੀ ਉਹ ਕੰਮ ਮੈਂ ਜਿੰਨੇ ਕੁ ਜੋਗਾ ਹੈਗਾ ਕਰਾਂ, ਵੀ ਤਾਂ ਕਿ ਇਹ ਵਿਰਾਸਤ ਜਿਹੜੀ ਆ ਸਾਂਭੀ ਜਾ ਸਕੇ। ਜੇ ਅੱਜ ਮੇਰੇ ਵਰਗਾ ਨਹੀਂ ਸਾਂਭੂਗਾ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕੁਝ ਨਹੀਂ ਬਚਣਾ ਜੀ। ਪਰ ਇਹ ਜਿਹੜੀਆਂ ਚੀਜ਼ਾਂ ਸਾਂਭੀਆਂ ਗਈਆਂ ਨੇ, ਇਹ ਤੋਂ ਕੋਈ ਬੱਚਿਆਂ ਨੇ ਲਾਹਾ ਵੀ ਲਿਆ ਆ, ਇਹ ਤੋਂ ਜਾਣਕਾਰੀਆਂ ਵੀ ਦਿੰਦੇ ਹੋ। ਇੱਕ ਹੁੰਦਾ ਸਿੱਕੇ ਇਕੱਠੇ ਕਰਨਾ, ਇੱਕ ਹੁੰਦਾ ਸਿੱਕੇ ਦਾ ਇਤਿਹਾਸ ਵੀ ਇਕੱਠਾ ਕਰਨਾ, ਵੀ ਇਹ ਸਿੱਕਾ ਕਦੋਂ ਦਾ ਹੈ, ਕਿੱਥੇ ਕਦੋਂ ਚੱਲਦਾ ਹੁੰਦਾ ਸੀ, ਕਿਹੜੀ ਕਰੰਸੀ ਸੀ, ਕਦੋਂ ਸਮਾਪਤ ਹੋਈ ਹੈ, ਹਨਾ। ਜੀ ਜੀ ਬਿਲਕੁਲ। ਦੁਨੀਆ ਦੇ ਉੱਪਰ ਜਿਹੜਾ ਪਹਿਲਾ ਸਿੱਕਾ ਬਣਿਆ ਸੀਗਾ ਜੀ, ਉਹ ਲਗਭਗ 2700 ਸਾਲ ਪਹਿਲਾਂ ਸਿੱਕੇ ਦਾ ਚੱਲਣ ਸ਼ੁਰੂ ਹੋਇਆ। ਉਸ ਤੋਂ ਪਹਿਲਾਂ ਸਿੱਕਾ ਨਹੀਂ ਸੀ। ਉਸ ਤੋਂ ਪਹਿਲਾਂ ਜਿਹੜਾ ਆ ਐਕਸਚੇਂਜ ਸਿਸਟਮ ਹੁੰਦਾ ਸੀ, ਵੀ ਮੱਝ ਦੇਤੀ ਬੱਕਰੀਆਂ ਲੈ ਲਈਆਂ, ਕਣਕ ਦੇਤੀ ਮੱਕੀ ਲੈ ਲਈ, ਤੇ ਇਸ ਤਰ੍ਹਾਂ ਦਾ ਸਿਸਟਮ ਚੱਲਦਾ ਹੁੰਦਾ ਸੀ। ਸਿੱਕਾ ਨਹੀਂ ਸੀ ਬਣਿਆ ਦੁਨੀਆ ਤੇ। ਦੁਨੀਆ ਤੇ ਜਿਹੜਾ ਪਹਿਲਾ ਸਿੱਕਾ ਬਣਿਆ ਉਹ ਮਗਧ ਰਾਜੇ ਨੇ ਚਲਾਇਆ। ਮਗਧ ਤੋਂ ਬਾਅਦ ਫਿਰ ਮੌਰੀਆ ਆਇਆ, ਉਹਨਾਂ ਨੇ ਜਿਹੜਾ ਸਿੱਕਾ ਬਣਾਇਆ ਉਸ ਨੂੰ ਅੱਜ ਪੰਚਮਾਰਕ ਸਿੱਕੇ ਦੇ ਨਾਂ ਨਾਲ ਜਾਣਿਆ ਜਾਂਦਾ। ਜਦੋਂ ਆਪਾਂ ਗੂਗਲ ਤੇ ਸਰਚ ਕਰਦੇ ਹਾਂ ਪੰਚਮਾਰਕ ਕੋਇਨ, ਤਾਂ ਉਹਦੀ ਸਾਰੀ ਹਿਸਟਰੀ ਨਿਕਲੇ ਆਉਂਦੀ ਆ। ਤੇ ਲੱਗਦਾ ਵੀ ਜੋ ਗੂਗਲ ਤੇ ਜਾਣਕਾਰੀ ਹੈ ਉਹ ਸਹੀ ਹੈ। ਦੇਖੋ, ਬੁੱਕਸ ਪੜ੍ਹ ਕੇ ਜਾਂ ਗੂਗਲ ਤੇ ਜਾਣਕਾਰੀ ਦੇ ਮੁਤਾਬਕ ਹੀ ਮਤਲਬ ਮੈਂ ਤੁਹਾਨੂੰ ਦੱਸ ਰਿਹਾ, ਕਿਉਂਕਿ ਇਹ ਆਪਾਂ ਜਿੰਨੀ ਸਾਡੀ ਉਮਰ ਆ ਉਸ ਤੋਂ ਪਿੱਛੇ ਤਾਂ ਆਪਾਂ ਜੇ ਜਾਣਾ ਹੋਵੇ ਤਾਂ ਆਪਾਂ ਇਤਿਹਾਸ ਨੂੰ ਹੀ ਫਰੋਲਾਂਗੇ ਨਾ। ਜਾਂ ਉਹ ਗੂਗਲ ਤੇ ਮਿਲੂਗਾ ਜਾਂ ਬੁੱਕਸ ਦੇ ਵਿੱਚ ਮਿਲੂਗਾ, ਜਾਂ ਜਿਹੜੇ ਆਪਣੇ ਮਤਲਬ ਪ੍ਰਚਾਰਕ ਨੇ ਜਾਂ ਇਸ ਨਾਲ ਸੰਬੰਧਿਤ ਜਿਹੜੇ ਲੋਕ ਨੇ ਜਿਹੜੇ ਇਤਿਹਾਸ ਨੂੰ ਇਕੱਠਾ ਕਰਦੇ, ਜਾਂ ਉਹਨਾਂ ਤੋਂ ਮਿਲੂਗਾ। ਤੇ ਉਹ 2700 ਸਾਲ ਪਹਿਲਾਂ ਜਿਹੜਾ ਮਗਧ ਰਾਜੇ ਨੇ ਸਿੱਕਾ ਬਣਾਇਆ ਸੀਗਾ, ਮਗਧ ਤੋਂ ਬਾਅਦ ਫਿਰ ਮੌਰੀਆ ਆਇਆ, ਚੰਦਰਗੁਪਤ ਮੌਰੀਆ, ਫਿਰ ਉਸ ਤੋਂ ਬਾਅਦ ਕਨਸਿਕ ਕੁਸ਼ਾਨ ਆਇਆ, ਫਿਰ ਯੋਧੇ ਆਏ, ਫਿਰ ਮੁਗਲ ਆਏ। ਮੁਗਲ ਦੇ ਵਿੱਚ ਆਪਾਂ ਜੇ ਗੱਲ ਕਰੀਏ, ਅਕਬਰ ਬਾਦਸ਼ਾਹ, ਬਲਬਨ ਬਾਦਸ਼ਾਹ, ਔਰੰਗਜ਼ੇਬ, ਜਹਾਂਗੀਰ, ਬਾਬਰ, ਹਮਾਯੂ, ਸੂਰੀ, ਲੋਧੀ, ਗੌਰੀ, ਜਾਂ ਆਪਾਂ ਗੱਲ ਕਰੀਏ ਸੁਲਤਾਨਾਂ ਦੀ, ਗਜਨੀ ਸੁਲਤਾਨ, ਸਿੰਧ ਸੁਲਤਾਨ, ਮਾਲਵਾ ਸੁਲਤਾਨ। ਜੇ ਆਪਾਂ ਗੱਲ ਕਰੀਏ ਰਿਆਸਤਾਂ ਦੀ, ਮਲੇਰਕੋਟਲਾ, ਨਾਭਾ, ਪਟਿਆਲਾ, ਜੰਮੂ ਕਸ਼ਮੀਰ, ਕੋਟਾ, ਬੂੰਦੀ, ਮਤਲਬ ਜਿਹੜਾ ਵੀ ਰਾਜੇ ਨੇ ਰਾਜ ਕੀਤਾ, ਕੋਸ਼ਿਸ਼ ਕੀਤੀ ਆ ਵੀ ਲਗਭਗ ਹਰੇਕ ਰਾਜੇ ਦਾ ਸਿੱਕਾ 2700 ਸਾਲ ਦੇ ਵਿੱਚ ਜਿਹਨੇ ਵੀ ਰਾਜ ਕੀਤਾ ਉਹ ਇੱਥੇ ਹੈਗਾ ਆ, ਮੌਜੂਦ ਆ।
ਹਾਂਜੀ ਉਹਦੀ ਬਕਾਇਦਾ ਹਿਸਟਰੀ ਨਾਲ ਲਿਖ ਕੇ ਲਾਈ ਹੋਈ ਆ ਵੀ ਆਹ ਸਿੱਕਾ ਫਲਾਣੇ ਰਾਜੇ ਦਾ ਆ ਉਹਦਾ ਪੀਰੀਅਡ ਜਿਹੜਾ ਆ ਉਹ ਇੰਨੇ ਤੋਂ ਇੰਨੇ ਆ ਤੇ ਇਸ ਤਰ੍ਹਾਂ ਦਾ ਸਾਰਾ ਮਤਲਬ ਨਾਲ ਮੈਂਸ਼ਨ ਕੀਤਾ ਤਾਂ ਕਿ ਬਾਰ-ਬਾਰ ਦੱਸਣਾ ਨਾ ਪਵੇ ਤੇ ਉਹ ਪੜ੍ਹ ਕੇ ਮਤਲਬ ਸਾਰੀ ਸਮਝ ਆ ਜਾਵੇ। ਮੈਂ ਚਾਹਾਂਗਾ ਇੱਥੇ ਸਿੱਕਿਆਂ ਬਾਰੇ ਸਾਨੂੰ ਜਾਣਕਾਰੀ ਵੀ ਦਿੱਤੀ ਜਾਵੇ। ਸਾਡੇ ਨਾਲ ਬੜੇ ਪਿਆਰੇ ਵੀਰ ਨੋਬਲਜੀਤ ਸਿੰਘ ਜੀ ਵੀ ਨੇ, ਇਹਨਾਂ ਦੇ ਕੋਲੋਂ ਵੀ ਅਸੀਂ ਲਾਹਾ ਲਵਾਂਗੇ ਕਿਉਂਕਿ ਆਖਰਕਾਰ ਇਸ ਇਲਾਕੇ ਦੇ ਵਿੱਚ ਵਿਚਰਦੇ ਨੇ, ਖੋਜੀ ਨੇ, ਪੰਥ ਦਾ ਦਰਦ ਰੱਖਦੇ ਨੇ, ਇਹਨਾਂ ਕੋਲੋਂ ਵੀ ਜਾਣਕਾਰੀ ਅਸੀਂ ਲਵਾਂਗੇ। ਵੀਰ ਜੀ ਜਿਵੇਂ ਆਹ ਗੱਲਬਾਤ ਕਰੀਏ ਤੇ ਇਹ ਕਿਹੜੀ ਹੈ, ਕਾਂਗੜਾ ਸਟੇਟ ਦੇ ਨੇ ਮੇਰੇ ਖਿਆਲ? ਸਟੇਟ ਦੇ ਸਿੱਕੇ ਨੇ ਜੀ। ਕਾਂਗੜਾ ਸਟੇਟ ਦੇ ਸਿੱਕੇ ਵੀ ਆਪਣੇ ਕੋਲ ਰੱਖੇ ਜੀ ਕਾਂਗੜਾ ਸਟੇਟ ਦੇ ਵੀ ਹੈਗੇ ਨੇ ਜੀ। ਇੱਧਰ ਜੇ ਆਪਾਂ ਸਿੱਖ ਰਾਜ ਦੀ ਗੱਲ ਕਰੀਏ, ਮਹਾਰਾਜਾ ਦਲੀਪ ਸਿੰਘ ਦਾ ਜਿਹੜਾ ਇਹ ਚਾਂਦੀ ਦਾ ਰੁਪਿਆ ਜੀ। ਜਿਹੜਾ ਚਾਂਦੀ ਦਾ ਹੁੰਦਾ ਸੀਗਾ ਜੀ ਇਹਨੂੰ ਆਪਾਂ ਰੁਪਿਆ ਕਹਿੰਦੇ ਆ, ਜਿਹੜਾ ਤਾਂਬੇ ਦਾ ਹੁੰਦਾ ਸੀ ਉਹਨੂੰ ਆਪਾਂ ਪੈਸਾ ਕਹਿੰਦੇ ਆ ਜੀ। ਅੱਛਾ ਜੀ। ਇਹ ਪੈਸਾ ਹੁੰਦਾ ਸੀ, ਇਹ ਰੁਪਿਆ ਹੁੰਦਾ ਸੀ ਤੇ ਇਹ ਮਹਾਰਾਜਾ ਦਲੀਪ ਸਿੰਘ ਦੇ ਜੀ। ਤੇ ਜੇ ਇੱਧਰ ਆਪਾਂ ਗੱਲ ਕਰੀਏ, ਇਹ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਸਿੱਕੇ ਨੇ ਕਿ ਜੀ। ਅੱਛਾ ਜੀ। ਹਾਂਜੀ, ਇਹ ਚਾਂਦੀ ਦੇ ਵੀ ਲੱਗੇ ਆ, ਕਾਪਰ ਦੇ ਵੀ ਲੱਗੇ ਨੇ ਜੀ। ਤੇ ਉਦੋਂ ਬਾਅਦ ਜੇ ਇੱਧਰ ਆ ਜਾਈਏ, ਇਹ ਕੁਝ ਸਿੱਕੇ ਮੈਂ ਨਵੇਂ ਲਿਆਂਦੇ ਸੀ ਤੇ ਇਹ ਜਿਵੇਂ ਮਹਾਰਾਜਾ ਸ਼ੇਰ ਸਿੰਘ ਦੇ ਸਿੱਕੇ ਨੇ ਜੀ ਸਾਰੇ ਇਹ। ਤੇ ਉਸ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਆ ਗਿਆ ਜੀ, ਮਹਾਰਾਣੀ ਚੰਦ ਕੌਰ ਆ ਗਈ ਜੀ। ਤੇ ਇਧਰ ਇਹ ਜਿਹੜੇ ਰੇਅਰ ਸਿੱਕੇ ਨੇ ਦੇਵਕੀ ਨੰਦਨ, ਜਿਹਦੇ ਉੱਪਰ ਅਕਾਲ ਦੇਵਕੀ ਨੰਦਨ ਲਿਖਿਆ ਹੁੰਦਾ, ਜਦ ਕਿ ਆਮ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਸਿੱਕੇ ਨੇ ਉਹਨਾਂ ਦੇ ਉੱਪਰ ਲਿਖਿਆ ਹੁੰਦਾ ਅਕਾਲ ਸਹਾਏ ਗੁਰੂ ਨਾਨਕ ਜੀ। ਪਿਛਲੇ ਪਾਸੇ ਲਿਖਿਆ ਹੁੰਦਾ ਉਹਦੇ ਯਰਬ ਵੀ ਕਿੱਥੋਂ ਸਿੱਕਾ ਬਣਿਆ, ਮਿੰਟ ਕਿਹੜੀ ਆ, ਯਰਬ ਸ੍ਰੀ ਅੰਮ੍ਰਿਤਸਰ ਜੀ। ਅੱਛਾ, ਅੰਮ੍ਰਿਤਸਰ ਸਾਹਿਬ ਬਣਿਆ। ਹਾਂਜੀ, ਅੰਬਰਤ ਲਿਖਿਆ ਹੁੰਦਾ ਸੀ ਬੱਬੇ ਨਾਲ। ਤੇ ਇਸ ਤਰ੍ਹਾਂ ਕਰਕੇ ਇਹ ਸਿੱਕੇ ਨੇ, ਇਹ ਜਿਹੜੇ ਸਿੱਕੇ ਨੇ ਅਕਾਲ ਸਹਾਈ ਗੁਰੂ ਨਾਨਕ ਜੀ ਦੀ ਜਗ੍ਹਾ ਤੇ ਜਿਹੜਾ ਜਾਨੀ ਅਕਾਲ ਦੇਵਕੀ ਨੰਦਨ ਜੀ ਆਇਆ, ਇਹ ਸਿੱਕਾ ਬਹੁਤ ਰੇਅਰ ਆ। ਇਹ ਸਿੱਕੇ ਵੀ ਮੇਰੇ ਕੋਲ ਹੈਗੇ ਨੇ ਜੀ। ਤੇ ਜਿਸ ਤਰ੍ਹਾਂ ਇਹ ਪਤਾ ਲੱਗਾ ਵੀ ਅੰਮ੍ਰਿਤਸਰ ਸਾਹਿਬ ਕਿਹੜੀ ਥਾਂ ਤੇ ਬਣਦੇ ਹੁੰਦੇ ਸੀ, ਕੋਈ ਉਹ ਥਾਂ ਦਾ ਕੋਈ ਜਗ੍ਹਾ ਦਾ ਪਤਾ ਲੱਗ ਸਕਦਾ ਹੋਵੇ? ਨਹੀਂ, ਇਹੋ ਜੀ ਤਾਂ ਕਿਸੇ ਤੋਂ ਅੱਜ ਤੱਕ ਕੋਈ ਪਤਾ ਲੱਗਿਆ ਨਹੀਂ ਵੀ ਕਿੱਥੇ ਬਣਦੇ, ਪਰ ਅੰਮ੍ਰਿਤਸਰ ਹੀ ਮਿੰਟ ਹੁੰਦੀ ਸੀ ਜ਼ਿਆਦਾਤਰ। ਅੰਮ੍ਰਿਤਸਰ ਮਿੰਟ ਹੁੰਦੀ ਸੀ, ਲਾਹੌਰ ਮਿੰਟ ਹੁੰਦੀ ਸੀ, ਮੁਲਤਾਨ ਹੁੰਦੀ ਸੀ, ਪਿਸ਼ਾਵਰ ਮਿੰਟ ਹੁੰਦੀ ਸੀ, ਜਿਹੜੀ ਸਿੱਖ ਰਾਜ ਦੀਆਂ ਮਿੰਟਾਂ ਸੀਗੀਆਂ ਜਿੱਥੇ ਸਿੱਕਾ ਬਣਦਾ ਹੁੰਦਾ ਸੀ। ਤੇ ਕੁਝ ਸਿੱਕੇ ਜਿਹੜੇ ਕਿ ਜਿਹਨੂੰ ਕੱਚਾ ਪੈਸਾ ਕਹਿੰਦੇ ਆ, ਜਦੋਂ ਕਿਉਂਕਿ ਰਾਜ ਬਹੁਤ ਵੱਡਾ ਸੀ ਤੇ 40 ਸਾਲ ਲਗਭਗ ਰਾਜ ਰਿਹਾ ਮਤਲਬ ਸਿੱਖ ਰਾਜ ਜਿਹੜਾ। ਤੇ ਸਿੱਕੇ ਹੁਣ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਮਤਲਬ ਐਡਾ ਬੜਾ ਰਾਜ ਸੀ ਤੇ ਉੱਥੇ ਸਿੱਕਿਆਂ ਦੀ ਵੀ ਕਮੀ ਪੈਂਦੀ ਸੀ ਕਿਉਂਕਿ ਹੱਥੀਂ ਹੈਂਡਮੇਡ ਬਣਦੇ ਹੁੰਦੇ ਸੀ, ਕੋਈ ਮਸ਼ੀਨੀ ਤਾਂ ਬਣਦੇ ਨਹੀਂ ਸੀ। ਤੇ ਉਹ ਕੀ ਹੁੰਦਾ ਸੀ ਵੀ ਜੇ ਕਿਤੇ ਸਿੱਕੇ ਘਟ ਜਾਂਦੇ ਸੀ ਜਾਂ ਕਿਸੇ ਵਪਾਰੀ ਨੂੰ ਲੋੜ ਪੈਂਦੀ ਸੀ ਤਾਂ ਉੱਥੇ ਦਾ ਜਿਹੜਾ ਉਸ ਏਰੀਏ ਦਾ ਹੈੱਡ ਬਣਾਇਆ ਹੁੰਦਾ ਸੀਗਾ ਉਹਨੂੰ ਕਹਿ ਕੇ ਉਹ ਸੁਨਿਆਰਿਆਂ ਤੋਂ ਵੀ ਮਤਲਬ ਡਾਈਆਂ ਦੇ ਕੇ ਸੁਨਿਆਰਿਆਂ ਤੋਂ ਵੀ ਬਣਵਾ ਲੈਂਦੇ ਸੀ, ਜਿਨ੍ਹਾਂ ਨੂੰ ਕੱਚਾ ਪੈਸਾ ਕਿਹਾ ਜਾਂਦਾ। ਇਹ ਕੱਚੇ ਪੈਸੇ ਨੇ ਜੀ। ਅੱਛਾ, ਤੇ ਕੱਚੇ ਪੈਸੇ ਤੇ ਦੂਜੇ ਪੈਸੇ ਵਿੱਚ ਫਰਕ ਕੀ ਹੁੰਦਾ ਸੀ? ਫਰਕ ਮਤਲਬ ਡਾਈ ਦਾ ਹੀ ਫਰਕ ਆ ਜੀ। ਮਤਲਬ ਵੈਸੇ ਤਾਂ ਉਹ ਪੱਤਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਉਧਰ ਅਸਲੀ ਸਿੱਕੇ ਤੇ ਬਣਿਆ ਸੇਮ ਬਣਿਆ ਹੁੰਦਾ, ਥੋੜਾ ਬਹੁਤ ਫਰਕ ਹੁੰਦਾ ਸੀ। ਮਤਲਬ ਬਨਾਵਟ ਦੇ ਵਿੱਚ ਹੀ ਫਰਕ ਆ। ਉਹ ਜੱਜ ਹੋ ਜਾਂਦਾ ਵੀ ਇਹ ਸੁਨਿਆਰੇ ਦਾ ਬਣਿਆ, ਇਹ ਮਿੰਟ ਚੋਂ ਬਣ ਕੇ ਆਇਆ। ਹਾਂਜੀ ਹਾਂਜੀ, ਅੱਖੋਂ ਹੀ ਦੱਸ ਦਿੰਦੀ ਹੈ ਕਿਉਂਕਿ ਹੁਣ 28 ਸਾਲ ਹੋ ਗਏ ਜੀ, ਐਕਸਪੀਰੀਅੰਸ ਆ ਤੇ ਇਸ ਲਾਈਨ ਨਾਲ ਮਤਲਬ ਸੰਬੰਧਿਤ ਆ। ਬਾਕੀ ਇਹਨਾਂ ਸਿੱਕਿਆਂ ਦੇ ਉੱਪਰ ਲਿਖਿਆ ਪੜ੍ਹਿਆ ਕਿਉਂ ਨਹੀਂ ਜਾ ਰਿਹਾ? ਨਹੀਂ ਪੜ੍ਹਿਆ ਜਾਂਦਾ ਜੀ। ਪੰਜਾਬੀ ਦੇ ਵਿੱਚ ਇਬਾਰਤ ਲਿਖੀ ਹੈ ਜੀ, ਅਕਾਲ ਸਹਾਏ ਆ ਗੁਰੂ ਦਾ ਗਊ ਆ ਗਿਆ, ਰੂ ਕੱਟਿਆ ਗਿਆ, ਇਧਰੋਂ ਨਾਨਕ ਦਿਖਦਾ ਜੀ, ਆ ਇਹਦੇ ਚ ਸਾਰਾ ਦਿਖਦਾ ਜੀ, ਆੜਾ ਵੀ ਦਿੰਦਾ, ਕੱਕਾ ਕੰਨਾ ਲੱਲਾ ਵੀ ਦਿੰਦਾ। ਇੱਕੇ ਸਿੱਕੇ ਦੇ ਉੱਪਰ ਚੀਜ਼ ਕਿਉਂ ਨਹੀਂ ਆ ਰਹੀ? ਅੱਧਾ ਕਿਸੇ ਸਿੱਕੇ ਦੇ ਉੱਪਰ, ਅੱਧਾ ਕਿਸੇ ਸਿੱਕੇ ਦੇ ਉੱਪਰ ਹੈ। ਇਹ ਜਿਹੜੀ ਡਾਈ ਹੁੰਦੀ ਸੀ ਉਹ ਵੱਡੀ ਹੁੰਦੀ ਸੀ ਥੋੜੀ ਜੀ ਸਾਈਜ਼ ਦੀ। ਤੇ ਜਿਹੜਾ ਜਿਸ ਤਰ੍ਹਾਂ ਪੈਸਾ ਜਿਹੜਾ ਆ ਉਹ 8 ਤੋਂ 10 ਗ੍ਰਾਮ ਵਜਨ ਦਾ ਹੁੰਦਾ ਸੀਗਾ ਜੀ, ਕਾਪਰ ਦਾ। ਤੇ ਉਹ ਜਦੋਂ 8 ਤੋਂ 10 ਗ੍ਰਾਮ ਵਜਨ ਆ, ਜੇ ਉਹਨੂੰ ਬਾਹਲਾ ਕੁੱਟ ਕੇ ਚੌੜਾ ਕਰਦੇ ਆ ਫਿਰ ਉਹ ਤਿੜ ਜਾਂਦਾ ਸੀਗਾ, ਆਕਾਰ ਵੀ ਵੱਡਾ ਹੁੰਦਾ, ਤਿੜ ਜਾਂਦਾ ਸੀ ਜਦੋਂ ਪ੍ਰੈਸ਼ਰ ਨਾਲ ਸੱਟ ਵੱਜਦੀ ਸੀਗੀ। ਕਿਉਂਕਿ ਉਹ ਥੱਲੇ ਕਢਾਈ ਪਈ ਆ, ਉਹਦੇ ਉੱਪਰ ਇੱਕ ਟਿੱਕੀ ਬਣਾ ਕੇ ਆਪਾਂ ਕੁੱਟ ਕੇ ਰੱਖਤੀ ਆ, ਉਹਦੇ ਉੱਪਰ ਇੱਕ ਹੋਰ ਡਾਈ ਰੱਖ ਕੇ ਜਦੋਂ ਸੱਟ ਪੈਂਦੀ ਸੀ ਉਹ ਤਿੜ ਜਾਂਦੀ ਸੀ। ਤੇ ਇਸ ਕਰਕੇ ਥੋੜਾ ਜਿਹਾ ਮੋਟਾ ਰੱਖਦੇ ਸੀ, ਪਰ ਇਹਦੇ ਪਰ ਡਾਈ ਲੱਗਣੀ ਜ਼ਰੂਰੀ ਸੀ। ਉਹ ਡਾਈ ਐਂ ਵੀ ਲੱਗ ਸਕਦੀ ਆ, ਡਾਈ ਇੱਧਰ ਵੀ ਹੋ ਸਕਦੀ ਹੈ, ਭੋਰਾ ਉੱਧਰ ਵੀ ਹੋ ਸਕਦੀ, ਉੱਪਰ ਵੀ ਹੋ ਸਕਦੀ, ਥੱਲੇ ਵੀ ਹੋ ਸਕਦੀ ਹੈ। ਉਹ ਮਤਲਬ ਡਾਈ ਲੱਗਣੀ ਜ਼ਰੂਰੀ ਹੁੰਦੀ ਸੀ, ਨਾ ਕਿ ਮਤਲਬ ਪੂਰੀ ਡਾਈ ਦਾ ਕੋਈ ਸਵਾਲ ਆ ਜੀ। ਹਾਂਜੀ, ਜਿਵੇਂ ਆਮ ਕਰਕੇ ਹੁੰਦਾ ਸੀ ਵੀ ਮੋਰੀ ਵਾਲਾ, ਕੌਡੀਆਂ, ਹਾਂਜੀ ਹਨਾ, ਉਹ ਤਾਂ ਹੁਣ ਦੀਆਂ ਗੱਲਾਂ ਨੇ ਜੀ, ਲਗਭਗ ਐ ਕਹ ਲਓ ਵੀ 60-70 ਸਾਲ ਪੁਰਾਣੀਆਂ ਗੱਲਾਂ ਨੇ। ਉਹ ਇਹ ਜਿਹੜੇ ਸਿੱਕੇ ਨੇ ਇਹ ਤਾਂ ਮਤਲਬ 1799 ਦੇ ਨੇੜੇ ਤੇੜੇ ਦਾ ਜਿਹੜਾ ਰਾਜ ਰਿਹਾ ਤੇ 1839 ਤੱਕ ਚੱਲਿਆ, ਇਹ ਉਹ ਰਾਜ ਰਿਹਾ ਜੀ। ਇਹ ਕਿਹੜੇ ਨੇ? ਹੁਸੈਨ ਸ਼ਾਹ ਲਿਖਿਆ ਹੋਇਆ। ਇਹ ਜੌਨਪੁਰ ਦੇ ਸੁਲਤਾਨ ਨੇਗੇ ਜੀ। ਜਾਨੀ ਕੋਈ ਵੀ ਰਾਜਾ
ਚਾਹੇ ਉਹ ਦਿੱਲੀ ਸੁਲਤਾਨ ਆ, ਚਾਹੇ ਉਹ ਜੌਨਪੁਰ ਸੁਲਤਾਨ ਆ, ਚਾਹੇ ਉਹ ਗਜਨੀ ਸੁਲਤਾਨ ਆ, ਚਾਹੇ ਉਹ ਸਿੰਧ ਸੁਲਤਾਨ ਆ, ਚਾਹੇ ਉਹ ਮਾਲਵਾ ਸੁਲਤਾਨ ਆ, ਜਿਹੜੇ ਵੀ ਸੁਲਤਾਨ ਹੋਏ ਨੇ, ਜਿੰਨੇ ਵੀ ਤਰ੍ਹਾਂ ਦੇ ਮਤਲਬ ਰਾਜੇ ਆਏ ਨੇ, ਜਿੰਨੇ ਵੀ ਮਹਾਰਾਜੇ ਆਏ ਨੇ, ਜਿੰਨੇ ਵੀ ਸੁਲਤਾਨ ਆਏ, ਜਿੰਨੇ ਵੀ ਮਤਲਬ ਕਹਿ ਲਓ ਵੀ ਸਟੇਟਾਂ ਦੇ ਵਿੱਚ ਰਾਜ ਰਿਹਾ, ਤੇ ਉਹ ਸਾਰੇ ਲਗਭਗ ਸਿੱਕੇ ਇੱਥੇ ਡਿਸਪਲੇ ਕੀਤੇ ਆ ਤਾਂ ਕਿ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੀਏ, ਬੱਚਿਆਂ ਨੂੰ ਆਪਾਂ ਆਪਣੀ ਵਿਰਾਸਤ ਦਿਖਾਈਏ। ਜੀ ਮੈਂ ਚਾਹਾਂਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੇ ਉਹ ਵੀ ਚੀਜ਼ਾਂ ਦਿਖਾਈਆਂ ਜਾਣ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਵੇਲੇ ਕਿਹੜੇ ਸਿੱਕੇ ਚੱਲਦੇ ਹੁੰਦੇ ਸੀ। ਜੀ ਜੀ, ਇਹ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਨੇ ਜੀ, ਤੇ ਇਹਦੇ ਵਿੱਚ ਜਿਹੜਾ ਇਹ ਸਿੰਬਲ ਬਣਿਆ ਹੋਇਆ ਇਹ ਝੰਡੇ ਦਾ ਸਿੰਬਲ ਆ। ਝੰਡੇ ਦਾ ਸਿੰਬਲ ਮਤਲਬ ਇਸ ਕਰਕੇ ਲਾਇਆ ਸੀ ਕਿਉਂਕਿ ਲਾਹੌਰ ਫਤਿਹ ਕਰ ਲਈ ਸੀ, ਉਦੋਂ ਬਾਅਦ ਇਹ ਝੰਡੇ ਦਾ ਸਿੰਬਲ ਲਾਉਣਾ ਸ਼ੁਰੂ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ। ਤੇ ਜਿਸ ਤਰ੍ਹਾਂ ਇਹ ਤਰਸ਼ੂਲ ਦਾ ਸਿੰਬਲ ਲੱਗਿਆ ਕੁਝ ਸਿੱਕਿਆਂ ਦੇ ਉੱਪਰ ਦਿਖ ਰਿਹਾ, ਤਰਸ਼ੂਲ ਦਾ ਸਿੰਬਲ ਦਾ ਇਹ ਮਤਲਬ ਆ ਵੀ ਮਹਾਰਾਜਾ ਰਣਜੀਤ ਸਿੰਘ ਜਿਹੜਾ ਹਿੰਦੂ ਧਰਮ ਦਾ ਤਰਸ਼ੂਲ ਦਾ ਨਿਸ਼ਾਨ ਆ, ਸਿੰਬਲ ਆ, ਵੀ ਉਹਨੂੰ ਵੀ ਉਨੀ ਰਿਸਪੈਕਟ ਦੇ ਰਹੇ ਨੇ ਤੇ ਉਹ ਸਾਰੇ ਧਰਮਾਂ ਨੂੰ ਇੱਕ ਮੰਨ ਕੇ ਚੱਲ ਰਹੇ ਨੇ। ਜਿਸ ਤਰ੍ਹਾਂ ਫੁੱਲ ਦਾ ਨਿਸ਼ਾਨ ਆ, ਫੁੱਲ ਦਾ ਨਿਸ਼ਾਨ ਦਾ ਮਤਲਬ ਇਹ ਆ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਕੁਦਰਤ ਨਾਲ ਵੀ ਪਿਆਰ ਸੀ, ਉਹ ਮਤਲਬ ਪ੍ਰਕਿਰਤੀ ਨੂੰ ਵੀ ਨਾਲ ਪਿਆਰ ਕਰਦੇ ਸੀ, ਉਨੀ ਉਹ ਸਾਂਭ ਸੰਭਾਲ, ਜਿਵੇਂ ਮਤਲਬ ਗੁਰੂ ਸਾਹਿਬ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਵੀ ਜਿਵੇਂ ਕਿਉਂਕਿ ਇਹ ਜਿਹੜੇ ਸਿੰਬਲ ਨੇ, ਜਿਵੇਂ ਹੁਣ ਇਹ ਫੁੱਲ ਦਾ ਸਿੰਬਲ ਹੋ ਗਿਆ, ਇਧਰ ਕਟਾਰ ਦਾ ਸਿੰਬਲ ਹੋ ਗਿਆ, ਕਿਉਂਕਿ ਜੰਗਾਂ ਯੁੱਧਾਂ ਦੇ ਵੀ ਸ਼ੌਕੀਨ ਸੀ ਤੇ ਉਹ ਹਥਿਆਰਾਂ ਦੇ ਵੀ ਸ਼ੌਕੀਨ ਸੀ, ਇਹਨਾਂ ਨੇ ਕਟਾਰ ਦਾ ਵੀ ਸਿੰਬਲ ਬਣਾਇਆ ਇਹਦੇ ਵਿੱਚ। ਤੇ ਇਸ ਤਰ੍ਹਾਂ ਕਰਕੇ ਜਿਹੜਾ ਸਿੱਕੇ ਦੇ ਉੱਪਰ ਸਿੰਬਲ ਨੇ ਉਹ ਤੋਂ ਰਾਜੇ ਦੀ ਜਿਹੜੀ ਦਸ਼ਾ ਦਿਸ਼ਾ ਆ ਜਾਂ ਉਹਦੇ ਅੰਦਰਲੀ ਉਹਦੀ ਭਾਵਨਾ ਕੀ ਆ, ਉਹਦਾ ਰਾਜ ਭਾਗ ਕਿਹੋ ਜਿਹਾ ਆ, ਉਹ ਸਿੱਧ ਹੁੰਦਾ। ਜੇ ਇੱਕ ਸਿੱਕਾ ਹੀ ਵਿੰਗਾ ਟੇਢਾ ਬਣਿਆ, ਜਦ ਸਿੱਕੇ ਦੇ ਉੱਪਰ ਰਾਜੇ ਦਾ ਧਿਆਨ ਹੀ ਨਹੀਂ ਹੈਗਾ ਤਾਂ ਉਹ ਸਿੱਕਾ ਵੀ ਵਿੰਗਾ ਟੇਢਾ ਤੇ ਉਹਦਾ ਰਾਜ ਭਾਗ ਵੀ ਉਹੋ ਜਿਹਾ ਹੀ ਚੱਲੂਗਾ। ਜਿਹਦਾ ਹਰ ਚੀਜ਼ ਦੇ ਉੱਪਰ ਧਿਆਨ ਆ, ਸਿੱਕੇ ਦੇ ਉੱਪਰ ਧਿਆਨ ਆ ਤੇ ਰਾਜ ਭਾਗ ਤੇ ਵੀ ਓਨਾ ਹੀ ਧਿਆਨ ਹੋਊਗਾ ਪ੍ਰੋਪਰ। ਤੇ ਇਸ ਤੁਹਾਡੇ ਕੋਲ ਕਿੰਨੇ ਕੁ ਸਿੱਕੇ ਨੇ? ਮੇਰੇ ਕੋਲ ਜਿਹੜੇ ਮੇਰੀ ਆਪਦੀ ਕਲੈਕਸ਼ਨ ਦੇ ਵਿੱਚ ਲਗਭਗ 18,000 ਸਿੱਕਾ ਜੀ। 18,000 ਸਿੱਕਾ ਇਕੱਠਾ ਕਰੀ ਖੜੇ ਹੋ? ਜੀ 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 ਜੀ, ਮੇਰੇ ਕੋਲ 18,000 ਸਿੱਕਾ ਲਗਭਗ ਹੈਗਾ ਜੀ ਮੇਰੀ ਕਲੈਕਸ਼ਨ ਦੇ ਵਿੱਚ। ਤੇ ਇੱਥੇ ਲਗਭਗ ਐਂ ਕਹ ਲਓ ਜੀ 3,000 ਸਿੱਕਾ ਇਹੀ ਸਿਰਫ ਲਾਇਆ ਤੇ ਬਾਕੀ ਸਿੱਕਾ ਹੋਰ ਵੀ ਬਹੁਤ ਹੈਗਾ। ਤੇ 15,000 ਘਰ ਛੱਡ ਆਏ ਹੋ? ਹਾਂਜੀ, ਕਿਉਂਕਿ ਸਾਨੂੰ ਪਤਾ ਵੀ ਤੁਹਾਡੇ ਘਰ ਜਾਣਾ ਪਊ। ਹਾਂਜੀ ਹਾਂਜੀ ਜ਼ਰੂਰ ਜੀ ਆਇਆਂ ਨੂੰ। ਅਸਲ 'ਚ ਕੀ ਹੈ ਜੀ ਵੀ ਸਾਨੂੰ ਆਮ ਰੂਟੀਨ 'ਚ ਹੁਣ ਐਕਸਪੀਰੀਅੰਸ ਹੀ ਇੰਨਾ ਹੋ ਗਿਆ, 182ਵੀਂ ਪ੍ਰਦਰਸ਼ਨੀ ਆ, ਵੀ ਜਗ੍ਹਾ ਹੀ ਉਨੀ ਕੁ ਮਿਲਦੀ ਆ ਵੀ ਜਿੰਨਾ ਕੁ ਮਤਲਬ ਸਾਨੂੰ ਅੰਦਾਜ਼ਾ ਹੁੰਦਾ ਵੀ 20-25 ਟੇਬਲ 30 ਟੇਬਲ ਤੋਂ ਵੱਧ ਕਿਸੇ ਨੇ ਜਗ੍ਹਾ ਨਹੀਂ ਦੇਣੀ, ਨਾ ਹੁੰਦੀ ਆ। ਤੇ ਇਸ ਕਰਕੇ ਉਨਾ ਕੀ ਸਮਾਨ ਚੱਕੀ ਦਾ, ਫਾਲਤੂ ਸਮਾਨ ਚੱਕਦੇ ਨਹੀਂ ਅਸੀਂ। ਤੇ ਉਹਦੇ ਕਰਕੇ ਫਿਰ ਸਾਨੂੰ ਇਹ ਲੱਗਿਆ ਵੀ ਇੰਨਾ ਕੁ ਨਾ ਸਰਜੂ। ਸਿੱਕੇ ਤਾਂ ਹੋਰ ਵੀ ਬਹੁਤ ਪਏ ਨੇ ਤੇ ਕੋਈ ਐਸੀ ਗੱਲ ਨਹੀਂ, ਪਰ ਐ ਵੀ ਜਗ੍ਹਾ ਦੀ ਪ੍ਰੋਬਲਮ ਹੋ ਗਈ, ਇਸ ਕਰਕੇ ਟੇਬਲ ਵੀ ਅਸੀਂ ਵਾਪਸ ਮੋੜ ਕੇ ਲੈ ਕੇ ਗਏ ਹਾਂ ਜੀ। ਬਾਬਾ ਬੰਦਾ ਸਿੰਘ ਬਹਾਦਰ ਵੇਲੇ ਜਿਹੜੇ ਸਿੱਕੇ ਸੀ ਮੈਂ ਚਾਹਾਂਗਾ ਉਹ ਵੀ ਦਿਖਾਏ ਜਾਣ। ਤੇ ਇੱਕ ਕੁਝ ਲੋਕਾਂ ਦਾ ਸਵਾਲ ਹੈ, ਉਹ ਕਹਿੰਦੇ ਵੀ ਸਿੰਧੂ ਘਾਟੀ ਦੀ ਸੱਭਿਅਤਾ ਵੇਲੇ ਕਿਹੜੀ ਕਰੰਸੀ ਚੱਲਦੀ ਹੁੰਦੀ ਸੀ? ਕੋਈ ਉਦੋਂ ਦੇ ਵੀ ਕੋਈ ਸਿੱਕੇ ਤੁਹਾਡੇ ਕੋਲ ਹੁਣ ਤੱਕ ਪਹੁੰਚੇ ਆ? ਨਹੀਂ ਜੀ, ਸਿੰਧੂ ਘਾਟੀ ਦੀ ਸੱਭਿਅਤਾ ਦੇ ਜਿਹੜੇ ਸਿੱਕੇ ਨੇ ਉਹ ਲਗਭਗ ਪੀਰੀਅਡ ਹੈਗਾ ਬਹੁਤ ਪੁਰਾਣਾ। ਜਿਹੜਾ ਸਿੱਕਾ ਬਣਿਆ ਨਾ ਜੀ ਉਹ 2700 ਸਾਲ ਪਹਿਲਾਂ ਹੀ ਬਣਿਆ ਜੀ। ਉਦੋਂ ਪਹਿਲਾਂ ਸਿੱਕਾ ਨਹੀਂ ਸੀ। ਉਦੋਂ ਪਹਿਲਾਂ ਜਿਸ ਤਰ੍ਹਾਂ ਕੌਡੀਆਂ ਚੱਲਦੀਆਂ ਸੀ ਜਾਂ ਕਹਿ ਲਓ ਵੀ ਇੱਕ ਇਸ ਤਰ੍ਹਾਂ ਦੇ ਸਿੱਕੇ ਵੀ ਚੱਲਦੇ ਸੀ। ਹੁਣ ਆਮ ਬੰਦੇ, ਨਾਰਮਲ ਬੰਦਾ ਕਹਿੰਦਾ ਵੀ ਇਹ ਸਿੱਕਾ ਨਹੀਂ ਹੋ ਸਕਦਾ, ਪਰ ਮੈਂ ਕਹਿੰਦਾ ਵੀ ਇਹ ਸਿੱਕਾ ਜਿਸ ਤਰ੍ਹਾਂ, ਹਾਂ ਜਿਵੇਂ ਪਿੰਨ, ਹਾਂਜੀ ਪਿੰਨ, ਹਾਂਜੀ ਬਿਲਕੁਲ ਜੀ, ਹਾਂਜੀ ਇਹ ਸਿੱਕਾ ਆ। ਇਹਦੇ ਉੱਪਰ ਇੱਥੇ ਵੀ ਇਬਾਰਤ ਲਿਖੀ ਹੈ ਉਰਦੂ ਦੇ ਵਿੱਚ ਜੀ, ਤੁਸੀਂ ਦੇਖ ਸਕਦੇ ਹੋ। ਇੱਧਰ ਵੀ ਇਬਾਰਤ ਲਿਖੀ ਹੋਈ ਹੈ ਜੀ। ਤੇ ਇਸ ਤਰ੍ਹਾਂ ਕਰਕੇ ਜਿਹੜਾ ਵੀ ਕੋਈ ਸਿੱਕਾ ਕਿਸੇ ਵੀ ਟਾਈਪ ਦਾ ਮੈਨੂੰ ਮਿਲਿਆ ਤੇ ਮੈਂ ਮਤਲਬ ਸਾਂਭਿਆ। ਤੇ ਜਿਸ ਤਰ੍ਹਾਂ ਹੁਣ ਜਿਹਨੂੰ ਆਪਾਂ ਮੋਹਰਾਂ ਕਹਿੰਦੇ ਆਪਾਂ, ਅਸ਼ਰਫੀਆਂ ਕਹਿ ਦਿੰਦੇ ਆ, ਸੋਨੇ ਦੇ ਸਿੱਕੇ, ਇਹ ਸੋਨੇ ਦੇ ਸਿੱਕੇ ਨੇ ਜੀ। ਅਸ਼ਰਫੀਆਂ ਇਹਨੂੰ ਕਹਿੰਦੇ? ਹਾਂਜੀ ਹਾਂਜੀ, ਸੋਨੇ ਦੇ ਸਿੱਕੇ ਜਿਹਨੂੰ ਕਹਿ ਦਿੰਦੇ ਆਪਾਂ। ਇੱਥੇ ਦਰਸ਼ਕੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵਾਂ, ਇਹ ਅਸ਼ਰਫੀ ਹੈ ਤੇ ਆ ਵੀਰਾਂ ਦੇ ਹੱਥ 'ਚ ਇਹ ਵੀ ਅਸ਼ਰਫੀ ਹੈ? ਹਾਂ, ਸੋਨੇ ਦਾ ਸਿੱਕਾ ਜੀ। ਅੱਛਾ, ਇਹ ਵੀ ਸੋਨੇ ਦਾ ਸਿੱਕਾ ਹੈ। ਇਹ ਤਾਂ ਬੜਾ ਛੋਟਾ ਜਿਹਾ ਹੈ। ਹਾਂਜੀ ਹਾਂਜੀ, ਬਹੁਤ। ਇਹ ਫਿਰ ਬਟੂ 'ਚ ਕਿਵੇਂ ਸਾਂਭਿਆ ਜਾਂਦਾ ਹੋਊ? ਉਹਨਾਂ ਟਾਈਮਾਂ ਦੇ ਵਿੱਚ ਦੂਜੇ ਹੁੰਦੇ ਥੈਲੀਆਂ ਜੀ। ਅੱਛਾ, ਥੈਲੀਆਂ ਹੁੰਦੀਆਂ ਸੀ। ਹਾਂਜੀ, ਕਾਫੀ ਹੁਣੇ ਆ। ਹਾਂ, ਕਾਫੀ ਹੋਣੇ ਆ ਮੇਰੇ ਖਿਆਲ ਦੇ ਵਿੱਚ। ਇਹ ਵੀ ਸੋਨੇ ਦਾ ਜੀ? ਦੇਖੋ, ਪਰ ਜਿਹੜਾ ਹੁਣ ਆ ਸੋਨੇ ਦਾ ਜੀ? ਹਾਂਜੀ, ਇਹ ਵੀ ਸੋਨੇ ਦਾ ਜੀ। ਤੇ ਇਹ ਫਿਰ ਜਿਵੇਂ ਸੋਨੇ ਦਾ, ਫਿਰ ਜਦੋਂ ਤੁਸੀਂ ਲੈਣ ਜਾਂਦੇ ਹੋ, ਇੱਕ ਤਾਂ ਚੀਜ਼ ਪੁਰਾਣੀ ਹੋ ਗਈ, ਇੱਕ ਸੋਨੇ ਦੀ ਹੋ ਗਈ, ਫਿਰ ਕਾਸਟ ਕਾਫੀ ਵੱਧ ਜਾਂਦੀ ਹੋਣੀ ਹੈ। ਬਿਲਕੁਲ ਜੀ, ਬਿਲਕੁਲ। ਤੁਸੀਂ ਯਕੀਨ ਮੰਨੋ ਵੀ ਕਈ ਵਾਰ ਤਾਂ ਜੇ ਸੱਚ ਬੋਲਾਂ ਤਾਂ ਮਤਲਬ ਤੁਸੀਂ ਕਹੋਗੇ ਵੀ ਹੁਣ ਗੱਲਾਂ ਵੀ ਹੋਰ ਹੀ ਛਿੜ ਗਈਆਂ, ਵੀ ਘਰ ਦੀ ਪੋਜੀਸ਼ਨ ਵੀ ਕਈ ਵਾਰੀ ਇੰਨੀ ਟਾਈਟ ਹੋ ਜਾਂਦੀ ਹੈ ਵੀ ਮਤਲਬ ਸਾਰਾ ਖਰਚਾ ਕਰਨਾ ਗੁਜ਼ਾਰਾ ਬਹੁਤ ਔਖਾ ਹੋ ਜਾਂਦਾ। ਪਰ
ਜੇ ਕੋਈ ਚੀਜ਼ ਮਿਲਦੀ ਹੋਵੇ ਪਰ ਮੈਂ ਉਹ ਨਹੀਂ ਛੱਡ ਸਕਦਾ, ਚਾਹੇ ਮੈਂ ਵਿਆਜ ਤੇ ਪੈਸੇ ਲਵਾਂ ਜੀ। ਮੇਰਾ ਮਤਲਬ ਵਿਰਾਸਤ ਨੂੰ ਸਾਂਭਣ ਦਾ ਜਿਹੜਾ ਪ੍ਰੇਮ ਆ, ਮੈਂ ਕਹਿ ਲਓ ਜਨੂਨ ਆ, ਕਹਿ ਲਓ ਕੁਛ ਕਹਿ ਲਓ, ਵੀ ਮੈਂ ਇੱਧਰ ਸ਼ੁਰੂ ਤੋਂ ਲੱਗਿਆ ਹੋਇਆ, ਬਸ ਇੱਧਰ ਹੀ ਮੈਂ ਜੁੜਿਆ ਹੋਇਆ। ਮੈਂ ਚਾਹੁੰਦਾ ਵੀ ਮੈਂ ਕੁਛ ਐਸਾ ਕਰ ਜਾ ਵੀ ਬੱਚਿਆਂ ਨੂੰ ਆਪਣੀ ਵਿਰਾਸਤ ਚੰਗੀ ਤਰ੍ਹਾਂ ਜਿੰਨੇ ਕੁ ਜੋਗੇ ਹੈਗੇ ਆ ਵੀ ਉਹ ਇਕੱਠੀ ਕਰਕੇ ਦੇ ਜਾਈਏ। ਪਰ ਘਰ ਦੇ ਕਈ ਵਾਰ ਕਹਿੰਦੇ ਹੋਣੇ ਵੀ ਲੋਕਾਂ ਦੇ ਬੱਚਿਆਂ ਨੂੰ ਵਿਰਾਸਤ ਇਕੱਠੀ ਕਰ ਜਾ, ਆਪਣੇ ਬੱਚਿਆਂ ਦਾ ਨਾ ਕਰੀ ਕੁਛ, ਕਹਿੰਦੇ ਹੋਣੇ ਨੇ। ਹੁੰਦਾ ਜੀ, ਬਥੇਰੀ ਲੜਾਈ ਹੁੰਦੀ ਹੈ ਜੀ, ਪਰ ਐ ਵੀ ਦੇਖੋ ਸਾਰੀਆਂ ਗੱਲਾਂ ਖੁੱਲ੍ਹ ਕੇ ਨਹੀਂ ਕਰਨ ਵਾਲੀਆਂ ਹੁੰਦੀਆਂ। ਇਹ ਕੋਈ ਨਹੀਂ, ਇਹ ਮੀਆਂ ਬੀਵੀ ਦੀ, ਇਹ ਪਿਆਰ ਦੀਆਂ ਨੇ। ਆਪਾਂ ਬਿਲਕੁਲ ਜੀ, ਇੱਥੇ ਮੈਂ ਚਾਹਾਂਗਾ ਵੀ ਸਾਨੂੰ ਜਾਣਕਾਰੀਆਂ ਹੋਰ ਵੀ ਦੇ ਦਿਓ। ਦਰਸ਼ਕੋ, ਜੇ ਗੱਲਬਾਤ ਕਰੀਏ ਤੇ ਕੁਦਰਤੀ ਗੱਲ ਹੈ, ਇਹ ਆਪਾਂ ਹਿਸਟਰੀ ਦੇ ਵਿੱਚ ਵੀ ਦੇਖਦੇ ਹਾਂ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵੀ ਖੁੱਲੇ ਦਿਲ ਨਾਲ ਵਰਤਾਉਂਦੇ ਨੇ ਤੇ ਘਰ ਦੇ ਵਿੱਚ ਨਾਰਾਜ਼ਗੀ ਹੁੰਦੀ ਹੈ। ਭਾਵੇਂ ਕਿ ਕੁਝ ਗ੍ਰੰਥਾਂ ਨੇ ਇਹ ਵੀ ਲਿਖਿਆ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਮੂੰਹ ਤੇ ਬਾਪੂ ਨੇ ਚਪੇੜ ਵੀ ਮਾਰੀ ਹੈ। ਆਮ ਕਰਕੇ ਲੰਗਰਾਂ ਦੇ ਵਿੱਚ ਵੀ ਜਦੋਂ ਕੋਈ ਝੂਠ ਛੱਡਦਾ ਤੇ ਉਹ ਕਹਿੰਦੇ ਨਾ ਭਾਈ ਇਹ ਉਹ ਗੁਰੂ ਨਾਨਕ ਦਾ ਲੰਗਰ ਹੈ ਜਿਸ ਲੰਗਰ ਨੂੰ ਚਲਾਉਣ ਵਾਸਤੇ ਬਾਬੇ ਨੇ ਆਪਣੇ ਮੂੰਹ ਤੇ ਚਪੇੜਾਂ ਖਾਧੀਆਂ ਨੇ। ਸੋ ਕਹਿਣ ਤੋਂ ਭਾਵ ਉਹ ਤੇ ਬਾਪ ਤੇ ਬੇਟੇ ਦੀਆਂ ਗੱਲਾਂ ਨੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਅਸੀਂ ਰੱਜ ਕੇ ਸਤਿਕਾਰ ਕਰਦੇ ਹਾਂ, ਪਰ ਚੇਤੇ ਰੱਖਿਆ ਜੇ ਆਖਰਕਾਰ ਉਹ ਵੀ ਤੇ ਕਿਸੇ ਬਾਪ ਦੇ ਬੇਟੇ ਨੇ, ਬਾਪ ਆਪਣਾ ਹੱਕ ਵੀ ਰੱਖਦਾ ਹੈ। ਸੋ ਇਸੇ ਪ੍ਰਕਾਰ ਘਰਾਂ ਪਰਿਵਾਰਾਂ ਦੇ ਵਿੱਚ ਇਹ ਗੱਲਾਂ ਆਮ ਹੋ ਜਾਂਦੀਆਂ ਨੇ। ਜਦੋਂ ਇਹ ਗੱਲ ਕਹਿ ਦਿੰਦੇ ਨੇ ਕਿ ਦੇਖੋ ਮੈਂ ਚਾਹੁੰਦਾ ਆਪਣੇ ਕੌਮ ਦੇ ਬੱਚਿਆਂ ਨੂੰ, ਤੇ ਪਰਿਵਾਰ ਕੁਦਰਤੀ ਗੱਲ ਹੈ ਜੀ, ਪਰਿਵਾਰ ਦਾ ਹੱਕ ਵੀ ਹੈ। ਉਹ ਕਹਿੰਦੇ ਕੌਮ ਦੇ ਬੱਚਿਆਂ ਦਾ ਕਰੀ ਜਾਈ, ਆਪਣੇ ਬੱਚਿਆਂ ਦਾ ਨਾ ਕਰੀ। ਸਾਰਾ ਪੈਸਾ ਇਹਨਾਂ ਕੰਮਾਂ ਦੇ ਵਿੱਚ ਲਾਤਾ, ਆਉਂਦਾ ਕੀ ਹੈ? ਚਲੋ ਆਪਾਂ ਇਹ ਵੀ ਸਵਾਲ ਕਰ ਲਈਏ ਵੀਰ ਜੀ, ਇਹਦੇ ਵਿੱਚੋਂ ਕੋਈ ਜਿੰਨੀ ਤੁਸੀਂ ਇਨਵੈਸਟਮੈਂਟ ਕਰਦੇ ਹੋ ਇਹਦੇ ਵਿੱਚੋਂ ਕੋਈ ਰਿਟਰਨ ਵੀ ਵਾਪਸ ਆਉਂਦੀ ਹੈ ਕਿ ਨਹੀਂ? ਨਹੀਂ ਜੀ, ਕੋਈ ਰਿਟਰਨ ਨਹੀਂ। ਸਿਰਫ ਤੇ ਸਿਰਫ ਕਹਿ ਲਈਏ ਵੀ ਇਹ ਜਿਹੜਾ ਸ਼ੌਂਕ ਹੈ ਇਹ ਘਰ ਫੂਕ ਤਮਾਸ਼ਾ ਦੇਖ ਵਾਲਾ। ਬਿਲਕੁਲ, ਮੈਂ ਕਹਿਣ ਹੀ ਲੱਗਿਆ ਸੀ, ਇਹ ਜਿਹੜਾ ਸ਼ੌਂਕ ਆ ਇਹ ਘਰ ਫੂਕ ਤਮਾਸ਼ਾ ਦੇਖਣ ਵਾਲਾ ਜੀ। ਬਿਲਕੁਲ ਇਸ ਗੱਲ 'ਚ ਕੋਈ ਮਤਲਬ ਦੋ ਰਾਏ ਨਹੀਂ ਹੈਗੀ, ਕਿਉਂਕਿ ਇੱਕ ਸਿੱਕੇ ਲੈ ਲੈਣੇ ਆ ਤੇ ਉਹਨੂੰ ਬਸ ਐਂ ਕਹਿ ਲਓ ਰੱਖ ਦੇਣੇ ਆ। ਇੱਕ ਗ੍ਰੰਥ ਲੈ ਲੇ, ਉਹਨੂੰ ਰੱਖਤਾ, ਸ਼ਸਤਰ ਲੈ ਲੇ, ਰੱਖਤੇ। ਤੇ ਮਤਲਬ ਦੇਖੋ ਘਰਾਂ 'ਚ ਕਲੇਸ਼ ਤਾਂ ਲਾਜ਼ਮੀ ਹੈ ਜੀ, ਕਿਉਂਕਿ ਜਦੋਂ ਬੱਚਿਆਂ ਦੀਆਂ ਫੀਸਾਂ ਨਹੀਂ ਆਪਾਂ ਭਰਾਵਾਂਗੇ ਜਾਂ ਘਰ ਦੇ ਆਪਾਂ ਖਰਚੇ ਨਹੀਂ ਕਰਾਂਗੇ, ਦੇਖੋ ਸਾਰਾ ਕੁਝ ਹੀ ਹੁੰਦਾ। ਪਰ ਫਿਰ ਵੀ ਵਾਹਿਗੁਰੂ ਦੀ ਮਿਹਰ ਨਾਲ ਮਤਲਬ ਧੱਕੇ ਨਾਲ ਗੱਡੀ ਚਲਾਈ ਜਾਂਦੇ ਆ। ਪਰ ਵਿਰਾਸਤ ਨਾਲ ਸੰਬੰਧਿਤ ਕੁਝ ਵੀ ਮਿਲ ਜੇ ਪਰ ਫਿਰ ਵੀ ਨਹੀਂ ਛੱਡਦੇ, ਚਾਹੇ ਆਪਣਾ ਵਿਕ ਜਾਵੇ ਜੀ, ਕੋਈ ਚੱਕਰ ਨਹੀਂ ਗਾ। ਬਿਲਕੁਲ ਜੀ, ਬਹੁਤ ਤੁਸੀਂ ਸੋਹਣੀਆਂ ਗੱਲਾਂ ਦੱਸੀਆਂ ਨੇ। ਮੈਂ ਚਾਹਾਂਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ, ਅੰਗਰੇਜ਼ਾਂ ਵੇਲੇ ਵੀ ਜਿਹੜੇ ਸਿੱਕੇ ਸੀ ਉਹਨਾਂ ਦੇ ਵੀ ਸਾਨੂੰ ਦਿਖਾਏ ਜਾਣ। ਅੱਛਾ, ਆਨਾ ਕਿਹੜਾ ਹੁੰਦਾ? ਆਨਾ ਇਹ ਦੱਸੋ। ਆਨਾ ਆ ਲਿਖਿਆ ਜਿਵੇਂ ਹਾਫ ਆਨਾ ਲਿਖਿਆ। ਹਾਂਜੀ ਹਾਂਜੀ, ਇਹ ਕੀ ਹੈ? ਇਹ ਆਨਾ ਹੀ ਆ ਜੀ। ਇਹ ਈਸਟ ਇੰਡੀਆ ਕੰਪਨੀ ਦਾ ਹਾਫ ਆਨਾ ਜੀ। ਅੱਛਾ, ਹਾਫ। ਹਾਂਜੀ ਹਾਂਜੀ, ਅੱਧਾ ਆਨਾ। ਅੱਧਾ ਆਨਾ ਜੀ। ਤੇ ਆਨੇ ਵੀ ਆ ਉਧਰ ਅੱਗੇ ਲੱਗੇ ਨੇਗੇ, ਆਨੇ ਵੀ ਨੇ, ਦੋ ਆਨੇ ਵੀ ਨੇ, ਸਾਰੇ ਨੇ ਜੀ। ਜਿਸ ਤਰ੍ਹਾਂ ਇਹ ਸਟੇਟਾਂ ਦੇ ਕੋਲ ਆ ਗਏ ਜੀ, ਸਟੇਟਾਂ ਦੇ। ਹਾਂਜੀ, ਜਿਵੇਂ ਇੰਦੌਰ ਸਟੇਟ ਆ ਜੀ, ਹਾਂ, ਇੰਦੌਰ ਸਟੇਟ ਦੇ ਸਿੱਕੇ ਨੇ ਜੀ। ਇਹ ਬੂੰਦੀ ਸਟੇਟ ਦੇ ਨੇ ਜੀ, ਇਹ ਗਵਾਲੀਅਰ ਦੇ ਨੇ ਜੀ, ਇਹ ਹੈਦਰਾਬਾਦ ਦੇ ਨੇ ਜੀ, ਅਵਧ ਸਟੇਟ ਦੇ ਨੇ ਜੀ, ਮਰਾਠਾ ਦੇ ਆ ਗਏ, ਪ੍ਰਤਾਪਗੜ੍ਹ ਆ ਗਿਆ ਜੀ, ਜੈਸਲਮੇਰ ਸਟੇਟ ਆ ਗਿਆ, ਨਵਨਗਰ ਸਟੇਟ ਆ ਗਿਆ। ਤੇ ਇਸ ਤਰ੍ਹਾਂ ਸਟੇਟ ਵਾਈਜ਼ ਵੀ ਸਿੱਕੇ ਨੇਗੇ। ਚਾਹਾਂਗਾ ਵੀ ਆ ਚੀਜ਼ਾਂ ਜ਼ਰੂਰ ਦਿਖਾਈਆਂ ਜਾਣ। ਦਰਸ਼ਕੋ, ਜੇ ਅਸੀਂ ਗੱਲ ਕਰੀਏ ਤੇ ਇਹ ਜਿਹੜੇ ਸਿੱਕੇ ਤੁਹਾਨੂੰ ਦਿਖਾਏ ਜਾ ਰਹੇ ਨੇ ਇਹ ਅਨੇਕਾਂ ਸਟੇਟ ਦੇ ਨੇ, ਕਿਉਂਕਿ ਹਰ ਰਿਆਸਤ ਦਾ ਜਿਹੜਾ ਰਾਜਾ ਹੁੰਦਾ ਸੀ ਉਹਨਾਂ ਦੇ ਨਿਯਮ ਔਰ ਕਰੰਸੀ ਆਪਣੀ ਹੁੰਦੀ ਸੀ। ਤੇ ਇੱਥੇ ਵੀਰ ਜੀ ਜਿਵੇਂ ਆ ਲਿਖਿਆ ਹੋਇਆ ਆ ਬੜੌਦਾ ਸਟੇਟ ਆ ਗਈ, ਜੀ ਜੀ, ਹਨਾ। ਤੇ ਪਟਿਆਲੇ ਦੇ, ਪਟਿਆਲਾ ਸਟੇਟ ਦੇ ਦਿਖਾਓ, ਪਟਿਆਲਾ ਮਲੇਰਕੋਟਲਾ ਦਿਖਾਓ ਸਾਨੂੰ। ਇਹ ਮਲੇਰਕੋਟਲਾ ਪਟਿਆਲਾ ਸਟੇਟ ਆ ਜੀ। ਪਟਿਆਲਾ ਸਟੇਟ ਦੇ ਵਿੱਚ 1765 ਤੋਂ 1781 ਤੱਕ ਅਮਰ ਸਿੰਘ ਨੇ ਰਾਜ ਕੀਤਾ ਜੀ। ਅੱਛਾ, ਅਮਰ ਸਿੰਘ ਨੇ। 1781 ਤੋਂ 1813 ਤੱਕ ਸਾਹਿਬ ਸਿੰਘ ਨੇ ਰਾਜ ਕੀਤਾ। ਇਹ ਸਾਹਿਬ ਸਿੰਘ ਦਾ ਸਿੱਕਾ ਜੀ। 1813 ਤੋਂ 1845 ਤੱਕ ਕਰਮ ਸਿੰਘ ਨੇ ਰਾਜ ਕੀਤਾ ਜੀ। ਉਦੋਂ ਬਾਅਦ 1845 ਤੋਂ 1862 ਤੱਕ ਨਰਿੰਦਰ ਸਿੰਘ ਨੇ ਰਾਜ ਕੀਤਾ ਜੀ। ਫਿਰ 1862 ਤੋਂ 1876 ਤੱਕ ਮਹਿੰਦਰ ਸਿੰਘ ਨੇ ਰਾਜ ਕੀਤਾ ਜੀ। ਫਿਰ 1876 ਤੋਂ 1900 ਤੱਕ ਰਜਿੰਦਰ ਸਿੰਘ ਨੇ ਰਾਜ ਕੀਤਾ ਜੀ। ਤੇ ਸਟੈਪ ਬਾਈ ਸਟੈਪ ਜਿਵੇਂ ਜਿਵੇਂ ਵੀ ਕਿਸੇ ਨੇ ਰਾਜ ਕੀਤਾ, ਹਾਂਜੀ, ਉਹਨਾਂ ਦੇ ਸਿੱਕੇ ਜਿਹੜੇ ਜਾਰੀ ਹੋਏ ਉਹ ਸਾਰੇ ਸਿੱਕੇ ਹੈਗੇ ਆ। ਤੇ ਗੱਲ ਕਰੀਏ ਆਪਣੇ ਸਵਰੂਪ ਸਿੰਘ ਵੇਲੇ ਸਿੱਕਾ ਬਹੁਤ ਛੋਟਾ ਕਰ ਦਿੱਤਾ, ਸਵਰੂਪ ਸਿੰਘ, ਉਮਰ ਸਿੰਘ ਵੇਲੇ। ਇਹ ਮੇਵਾੜ ਸਟੇਟ ਦੇ ਸਿੱਕੇ ਨੇ ਜੀ। ਇਹ 1 ਰੁਪਈਆ ਜੀ, ਇਹ 50 ਪੈਸੇ ਨੇ, 25 ਪੈਸੇ ਨੇ ਜੀ। ਅੱਛਾ ਜੀ, ਹਾਂਜੀ। ਇਹ ਮਤਲਬ ਡਿਨੋਮੀਨੇਸ਼ਨ ਜਿਵੇਂ ਜਿਵੇਂ ਮਿਲੀ ਗਈ ਸਟੈਪ ਬਾਈ ਸੈੱਟ ਬਣਾ। ਹਿਜਰੀ ਕਾਲ ਦੇ ਵੀ ਹੈਗੇ ਆ? ਹਾਂਜੀ, ਹਿਜਰੀ ਦੇ ਵੀ ਹੈਗੇ ਆ। ਹਾਂਜੀ, ਬਿਲਕੁਲ ਹਿਜਰੀ, ਹਾਂਜੀ, 978 ਹਿਜਰੀ ਦੇ ਜੀ। ਇਹ ਪੋਰਬੰਦਰ ਸਟੇਟ ਦੀ ਬੰਨਕੋਰੀ ਹੈ ਜੀ। ਤੇ ਇਸ ਤਰ੍ਹਾਂ ਜਿਸ ਤਰ੍ਹਾਂ ਆ ਮੈਂ ਸਿੱਕੇ ਦਿਖਾਉਣਾ ਚਾਹੁੰਦਾ ਜੀ, ਜਿਹੜਾ ਆ ਪਟਿਆਲੇ ਦਾ ਸਿੱਕਾ ਮੈਂ ਦਿਖਾ ਰਿਹਾ ਮਹਾਰਾਜਾ ਰਜਿੰਦਰ ਸਿੰਘ ਦਾ। ਇਹ ਜਿਹੜੇ ਸਿੱਕੇ ਨੇ ਇਹ ਉਹਨਾਂ ਟਾਈਮਾਂ ਦੇ ਵਿੱਚ ਡੁਪਲੀਕੇਟ ਸਿੱਕੇ ਨੇ ਜੀ। ਜਿਸ ਤਰ੍ਹਾਂ ਆਹ ਸਿੱਕੇ ਮੈਂ ਤੁਹਾਨੂੰ ਦਿਖਾਏ ਨੇ ਇਹ ਚਾਂਦੀ ਦੇ ਸਿੱਕੇ ਨੇ ਜੀ, ਪਿਓਰ।
ਇਹ ਜਿਹੜੇ ਉਹਦੇ ਅੰਦਰ ਮਿੰਟ ਦੇ ਅੰਦਰ ਜਿਹੜੇ ਬੰਦੇ ਸੀ ਉਹਨਾਂ ਨੇ ਕਪੜਾ ਕਰਕੇ ਮਤਲਬ ਉਹੀ ਚਾਂਦੀ ਵਾਲੀ ਡਾਈ ਨਾਲ ਕਾਪਰ ਦੇ ਸਿੱਕੇ ਬਣਾ ਕੇ ਚਾਂਦੀ ਦੀ ਝਾਲ ਫੇਰਤੀ। ਇਹਦਾ ਮਤਲਬ ਠੱਗੀ ਉਦੋਂ ਵੀ ਚੱਲਦੀ ਸੀ, ਨਕਲੀ ਨੋਟਾਂ ਵਾਲਾ ਕੰਮ ਚੱਲਦਾ ਰਿਹਾ ਉਦੋਂ ਵੀ, ਇਹ ਕੰਮ ਪੁਰਾਣਾ ਹੀ ਚੱਲਿਆ ਆ ਰਿਹਾ ਹੈ। ਹਾਂ, ਚਾਂਦੀ ਦੀ ਝਾਲ ਫੇਰੀ ਤੇ ਉਸ ਤੋਂ ਬਾਅਦ ਇਹ ਜਦੋਂ ਮਾਰਕੀਟ ਚੱਲਿਆ ਹੌਲੀ ਹੌਲੀ ਇਹ ਘਸ ਕੇ ਵਿੱਚੋਂ ਤਾਂਬਾ ਨਿਕਲਿਆ, ਫਿਰ ਇਹ ਰੌਲਾ ਪਿਆ ਤੇ ਹੌਲੀ ਹੌਲੀ ਉਹ ਸੂਹੀਆਂ ਨੇ ਸੂਹ ਲੱਤੀ ਤੇ ਇਹ ਬੰਦਾ ਫੜਿਆ ਗਿਆ ਸੀ ਤੇ ਇਹਨੂੰ ਫਿਰ ਸਜ਼ਾਏ ਮੌਤ ਮਿਲੀ ਸੀ ਚੌਂਕ ਦੇ ਵਿੱਚ ਖੜਾ ਕੇ। ਤੇ ਇਹ ਪਟਿਆਲਾ ਸਟੇਟ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਸੀ ਤੇ ਮਲੇਰਕੋਟਲਾ ਸਟੇਟ ਦੇ ਵਿੱਚ ਵੀ ਡੁਪਲੀਕੇਟ ਸਿੱਕੇ ਬਣਦੇ ਰਹੇ ਨੇ ਕਿਸੇ ਟਾਈਮ। ਡਾਈ ਸੇਮ ਹੁੰਦੀ ਸੀ ਪਰ ਇਹਦੇ ਵਿੱਚ ਤੁਸੀਂ ਸਾਫ਼ ਦੇ ਸਕਦੇ ਹੋ ਧਾਤ ਹੋ ਨਹੀਂ ਸੀ, ਧਾਤ ਚਾਂਦੀ ਨਹੀਂ ਹੁੰਦੀ ਸੀ, ਉਹ ਕਾਪਰ ਦਾ ਬਣਾ ਕੇ ਉੱਪਰ ਚਾਂਦੀ ਦੀ ਝਾਲ ਫੇਰ ਦਿੰਦੇ ਸੀ, ਜਿਹੜੀ ਉਹ ਚਾਂਦੀ ਸੀ ਉਹ ਆਪਦੇ ਘਰ ਲੈ ਜਾਂਦੇ ਸੀ। ਅੱਛਾ, ਹਾਂਜੀ। ਤੇ ਇਸ ਤਰ੍ਹਾਂ ਦਾ ਮਤਲਬ ਇਹ ਕੋਸ਼ਿਸ਼ ਕੀਤੀ ਆ ਵੀ ਉਹ ਚੀਜ਼ ਇਕੱਠੀ ਕਰੀਏ ਜਾਂ ਉਹ ਹਰ ਜਿਹੜੀ ਉਹ ਘਰ ਲੈ ਕੇ ਜਾਂਦੇ ਸੀ ਫਿਰ ਜਦੋਂ ਸਜ਼ਾਏ ਮੌਤ ਮਿਲੀ ਨਾਲ ਤਾਂ ਨਹੀਂ ਗਈ? ਉਹ ਤਾਂ ਨਾਲ ਨਹੀਂ ਗਈ ਜੀ, ਬਿਲਕੁਲ ਸਹੀ ਗੱਲ ਹੈ ਇਸ ਗੱਲ। ਦਰਸ਼ਕੋ ਬਿਲਕੁਲ ਇੱਥੇ ਕਈ ਸੱਜਣ ਕਹਿ ਦਿੰਦੇ ਆ ਵੀ ਵਿਸ਼ੇ ਤੋਂ ਸਾਈਡ ਤੇ ਜਾ ਕੇ ਨਹੀਂ, ਬੜਾ ਜ਼ਰੂਰੀ ਹੁੰਦਾ ਆ ਵੀ ਇੱਕੇ ਕੰਮ 'ਚ ਖੁੱਬੇ ਰਹੀਏ। ਉਹ ਥੋੜਾ ਜਿਹਾ ਜਿਵੇਂ ਕਹਿੰਦੇ ਵੀ ਕੰਮ ਥੋੜੇ ਸਮੇਂ ਬਾਅਦ ਬਦਲ ਕੇ ਕਰਦੇ ਰਹੀਏ, ਥਕੇਮਾ ਨਹੀਂ ਹੁੰਦਾ। ਅਸੀਂ ਵੀ ਲੁਧਿਆਣੇ ਤੋਂ ਚੱਲੇ ਆ, ਮਾਹਲਪੁਰ ਦੀ ਧਰਤੀ ਤੇ ਆਏ ਆ। ਇੱਥੇ ਕਾਫੀ ਹੁਣ ਸਪੀਕਰ ਬੰਦ ਹੋਏ ਨੇ, ਸਪੀਕਰ ਚੱਲਦੇ ਹੋਣ ਕਰਕੇ ਵੀ ਸਾਨੂੰ ਥੋੜੀ ਦੇਰ ਇੱਥੇ ਇੰਤਜ਼ਾਰ ਕਰਨਾ ਪਿਆ, ਵੇਟ ਕਰਨੀ ਪਈ, ਫਿਰ ਸ਼ਾਮ ਨੂੰ ਉੱਥੇ ਆਪਣਾ ਇਸ ਕਰਕੇ ਥਕੇਮਾ ਹੋ ਜਾਂਦਾ। ਫਿਰ ਆਪਣਾ ਥਕੇਮਾ ਉਤਾਰਨ ਦਾ ਸਾਡੇ ਕੋਲੇ ਤਰੀਕਾ ਹੁੰਦਾ ਵੀ ਅਸੀਂ ਥੋੜਾ ਜਿਹਾ ਮਨੋਰੰਜਨ ਇੱਕ ਦੂਜੇ ਨਾਲ ਕਰ ਲੈਂਦੇ ਆ ਤਾਂ ਕਿ ਉਹਦੇ ਨਾਲ ਸਾਡਾ ਜਿਹੜਾ ਧਿਆਨ ਹੈ ਹਾਸੇ ਖੇਡੇ ਦੇ ਵਿੱਚ ਆ ਜਾਂਦਾ ਤੇ ਸਾਨੂੰ ਥਕੇਮਾ ਨਹੀਂ ਹੁੰਦਾ। ਆਓ ਹੋਰ ਗੱਲਾਂ ਬਾਤਾਂ ਆਪਾਂ ਕਰਦੇ ਆ। ਵੀਰ ਜੀ ਜਿਵੇਂ ਆ ਬ੍ਰਿਟਿਸ਼ ਦੇ ਰਾਜ ਦੇ ਨੇ? ਹਾਂਜੀ, ਇਹ ਬ੍ਰਿਟਿਸ਼ ਜਦੋਂ ਬ੍ਰਿਟਿਸ਼ ਰਾਜ ਸੀ। ਹਾਂਜੀ ਹਾਂਜੀ, ਅੰਗਰੇਜ਼ਾਂ ਦੇ ਨੇ ਇਹ। ਉਦੋਂ ਦੇ ਮਤਲਬ ਆਨੇ ਨੇ ਜੀ, ਜਿਵੇਂ 1/4 ਆਨਾ ਜੀ ਤੇ ਇਹ ਹਾਫ ਆਨਾ ਜੀ, ਇਸ ਤਰ੍ਹਾਂ ਮਤਲਬ ਇਹ ਗਲੀ ਵਾਲੇ ਪੈਸੇ ਜਿਹਨੂੰ ਬੰਨ ਪੈਸਾ ਕਹਿ ਦਿੰਦੇ ਆ ਆਪਾਂ, ਮੋਰੀ ਵਾਲੇ ਪੈਸੇ ਕਹਿ ਦਿੰਦੇ ਆ। ਮੋਰੀ ਵਾਲੇ ਵਿਖਾਓ ਸਾਨੂੰ। ਹਾਂਜੀ, ਇੱਥੇ ਦਰਸ਼ਕੋ ਮੈਂ ਤੁਹਾਨੂੰ ਦਿਖਾਉਣੇ ਚਾਹੁੰਦਾ ਵਾਂ ਵੀ ਆਪਾਂ ਜਿਵੇਂ ਆਮ ਕਰਕੇ ਕਹਿ ਦਿੰਦੇ ਆ ਮੋਰੀ ਵਾਲਾ, ਆਹ ਹੁੰਦਾ ਜੇ ਮੋਰੀ ਵਾਲਾ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਮੈਂ, ਬੜੇ ਧਿਆਨ ਦੇ ਨਾਲ ਦੇਖਣਾ। ਇਹ ਆ ਜੀ ਮੋਰੀ ਵਾਲੇ, ਇਹਦੇ ਬਾਰੇ ਜਾਣਕਾਰੀਆਂ ਦਿਓ ਭਾਜੀ। ਇਹ ਜਾਰਜ 6 ਨੇ ਮਤਲਬ ਇਹ ਕੱਢੇ ਸੀਗੇ ਜੀ ਤੇ ਲਗਭਗ ਇਹਦਾ ਜਿਹੜਾ ਪੀਰੀਅਡ ਆ ਉਹ 1940 41 42 43 ਇਸ ਤਰ੍ਹਾਂ ਮਤਲਬ 45 ਤੱਕ ਇਹ ਚੱਲਿਆ ਸਿੱਕਾ ਜੀ। ਤੇ ਇਹ ਸਾਰੇ ਸਿੱਕੇ ਮਤਲਬ ਮੇਰੇ ਕੋ ਈਅਰ ਵਾਈਜ਼ ਇਕੱਠੇ ਕੀਤੇ ਹੋਏ ਨੇ। ਤੇ ਹੁਣ ਮੈਂ ਸਿੱਖ ਸਿੱਕਿਆਂ ਦੀ ਤੇ ਮਤਲਬ ਜਿਹੜੇ ਅੰਗਰੇਜ਼ ਸੀਗੇ, ਅੰਗਰੇਜ਼ਾਂ ਦੇ ਸਿੱਕਿਆਂ ਦੀ ਤੇ ਬ੍ਰਿਟਿਸ਼ ਇੰਡੀਆ ਦੀ, ਇਹ ਸਾਰੀ ਮਤਲਬ ਕਲੈਕਸ਼ਨ ਹੁਣ ਵੱਡੇ ਪੱਧਰ ਤੇ ਡਿਸਪਲੇ ਬਣਾ ਰਹੇ ਹਾਂ। ਇਹਨਾਂ ਦੀ ਜਗ੍ਹਾ ਦੇ ਉੱਪਰ ਜਿਸ ਤਰ੍ਹਾਂ ਇਹ ਲੀਫ ਦੇ ਵਿੱਚ ਮੈਂ ਲਾਏ ਨੇ ਨਾ 20 ਸਿੱਕੇ, ਤੇ ਇਹਦੀ ਜਗ੍ਹਾ ਦੇ ਵਿੱਚ ਮੈਂ ਮਤਲਬ ਅਲੱਗ ਸਪੈਸ਼ਲ ਉਹ ਰਾਜਿਆਂ ਦੀ ਨਾਲ ਫੋਟੋ ਲਾ ਕੇ ਡਿਸਪਲੇ ਬਣਾ ਰਿਹਾ। ਆਉਣ ਵਾਲੇ ਮਤਲਬ ਸਮੇਂ ਦੇ ਵਿੱਚ ਉਹ ਬਹੁਤ ਹੀ ਵਧੀਆ ਢੰਗ ਨਾਲ ਸਰਲ ਤਰੀਕੇ ਨਾਲ ਬੱਚਿਆਂ ਨੂੰ ਦੇਖਣ ਨੂੰ ਮਿਲੂਗੀ ਤਾਂ ਕਿ ਉਹਨਾਂ ਨੂੰ ਸਮਝਣਾ ਸੌਖਾ ਹੋਵੇ ਜੀ। ਆਹ ਕਿਹੜੀ ਜਗ੍ਹਾ ਹੈ ਜੀ? ਇਹ ਮਦੁਰਈ ਸਟੇਟ ਆ ਜੀ। ਤੇ ਇਹ ਮਦੁਰਈ ਸਟੇਟ ਦੇ ਸਿੱਕੇ ਨੇ। ਇਹਨਾਂ ਦੇ ਉੱਪਰ ਜਿਹੜੇ ਸਿੱਕੇ ਨੇ ਇਹਨਾਂ ਦੇ ਹੁਣ ਥੋੜੇ ਜਿਹੇ ਨਾ ਤਾਂਬਾ ਹੋਣ ਕਰਕੇ ਬਲੈਕ ਪੈ ਜਾਂਦਾ ਜੀ, ਜਦੋਂ ਆਪਾਂ ਇਮਲੀ ਨਾਲ ਧੋ ਕੇ ਬਾਅਦ ਚ ਸਾਫ਼ ਕਰਿਆ ਹੋਇਆ ਕਈ ਸਾਲ ਨਿਕਲ ਜਾਣ ਤੇ ਥੋੜਾ ਹੋਏ। ਨਹੀਂ ਇਹ ਫਿਰ ਧੋਂਦੇ ਕਾਹਦੇ ਨਾਲ? ਉਹ ਇਮਲੀ ਨੂੰ ਮਤਲਬ ਪਹਿਲਾਂ ਹਿਟਕਾਂ ਵਾਲੀ ਇਮਲੀ ਨੂੰ ਪਾਣੀ ਦੇ ਵਿੱਚ ਭਿਉਂ ਕੇ ਰੱਖ ਲਈਦਾ ਜੀ ਥੋੜਾ ਚਿਰ, ਉਦੋਂ ਬਾਅਦ ਉਹਨੂੰ ਮਲ ਕੇ ਜਾਲਾ ਕੱਢ ਕੇ ਹਿਟਕਾਂ ਕੱਢ ਕੇ ਸਾਰੀਆਂ ਬਾਹਰ ਰੱਖ ਦਿੰਦੇ ਆ ਜੀ। ਕੱਲਾ ਜਿਹੜਾ ਪਾਣੀ ਰਹਿ ਗਿਆ ਉਹਦੇ ਵਿੱਚ ਸਿੱਕਾ ਡਬੋ ਦਿੰਦੇ ਆ ਜੀ। ਉਦੋਂ ਬਾਅਦ ਜਿਹੜਾ ਸੁਨਿਆਰਿਆਂ ਕੋਲੇ ਬੁਰਸ਼ ਹੁੰਦਾ, ਝਾਂਜਰਾਂ ਸਾਫ਼ ਕਰਨ ਵਾਸਤੇ ਬੁਰਸ਼ ਵਰਤਦੇ ਆ, ਉਹ ਬੁਰਸ਼ ਮਾਰ ਕੇ ਫਿਰ ਬਿਲਕੁਲ ਸਾਫ਼ ਚਮਕ ਆ ਜਾਂਦੀ ਆ। ਜਿਸ ਤਰ੍ਹਾਂ ਆਹ ਸਿੱਕੇ ਮਤਲਬ ਆਪਾਂ ਜੀ ਹੈਗੇ ਆ, ਜਿਸ ਤਰ੍ਹਾਂ ਆਹ ਸਿੱਕੇ ਪੂਰੇ ਚਮਕਦੇ ਆ ਜੀ। ਤੇ ਇਸ ਤਰ੍ਹਾਂ ਮਤਲਬ ਚਮਕ ਜਾਂਦੇ ਨੇ ਸਿੱਕੇ। ਤੇ ਇਹਨਾਂ ਸਿੱਕਿਆਂ ਦੇ ਉੱਪਰ ਇੱਕ ਪਾਸੇ ਤਾਂ ਸ਼ਿਵਲਿੰਗ ਬਣਿਆ ਜੀ ਮਦੁਰਈ ਸਟੇਟ ਦੇ ਜਿਹੜੇ ਸਿੱਕੇ ਨੇ। ਤੇ ਇਹ ਕੁਈਨ ਮੀਨਾਕਸ਼ੀ ਜਿਹੜੀ ਉੱਥੇ ਦੀ ਰਾਣੀ ਸੀ 1732 ਤੋਂ 1736 ਤੱਕ, ਯਾਨੀ ਕਿ 4 ਸਾਲ ਰਹੀ ਹੈ ਇਹ। ਤੇ ਉਹਦੇ ਸਿੱਕੇ ਨੇ। ਇੱਕ ਪਾਸੇ ਤਾਂ ਸ਼ਿਵਲਿੰਗ ਬਣਿਆ ਜੀ, ਦੂਜੇ ਪਾਸੇ ਇਹਦੇ ਜਿਹੜਾ ਰਾਮਚੰਦਰ ਤੇ ਲਛਮਣ ਤੇ ਕਈਆਂ ਤੇ ਤਰਸ਼ੂਲ ਵੀ ਮਿਲਦਾ, ਇਹ ਉਹ ਸਿੱਕੇ ਨੇਗੇ ਜੀ ਸਾਰੇ। ਤੇ ਉਹ ਸਿੱਕੇ ਮਤਲਬ ਇੱਥੇ ਲਾਏ ਨੇ ਵੀ ਇੰਜ ਕਹਿ ਲਈਏ ਵੀ ਜਿਹੜਾ ਰਾਜਾ ਸੀ ਉਹਦਾ ਧਰਮ ਵੀ ਸਿੱਕਿਆਂ ਤੋਂ ਆਪਾਂ ਪੜ੍ਹ ਸਕਦੇ ਹਾਂ। ਹਾਂ ਬਿਲਕੁਲ ਪੜ੍ਹ ਸਕਦੇ ਹਾਂ ਜੀ, ਸ਼ੌਂਕ ਪੜ੍ਹ ਸਕਦੇ ਹਾਂ, ਉਹਦੀ ਸੋਚ ਪੜ੍ਹ ਸਕਦੇ ਹਾਂ। ਜੇ ਸਿੱਕਾ ਹੀ ਬੈਡ ਕੰਡੀਸ਼ਨ ਦਾ ਹੋਊ ਜਾਂ ਮਤਲਬ ਵਧੀਆ ਨਹੀਂ ਬਣਿਆ ਹੋਊ, ਵਧੀਆ ਪ੍ਰਿੰਟ ਨਹੀਂ ਹੋਇਆ ਹੋਊ, ਤਾਂ ਇਹਦਾ ਮਤਲਬ ਵੀ ਉਹ ਰਾਜਾ ਵੀ ਆਪਣੇ ਮਤਲਬ ਨਾ ਤਾਂ ਉਹਦਾ ਰਾਜ ਭਾਗ ਵੱਲ ਧਿਆਨ ਆ ਤੇ ਨਾ ਉਹਦਾ ਪਰਜਾ ਵੱਲ ਧਿਆਨ ਆ ਤੇ ਨਾ ਮਤਲਬ ਸਿੱਕਿਆਂ ਵੱਲ ਧਿਆਨ ਆ ਵੀ ਉਹ ਕੀ ਹੋ ਰਿਹਾ ਉੱਥੇ। ਬਿਲਕੁਲ ਜੀ। ਮੈਂ ਚਾਹਾਂਗਾ ਜਿਹੜੇ ਵੱਡੇ ਇੱਥੇ ਇੱਕ ਹੋਰ ਸਿੱਕੇ ਮੇਰੀ ਨਜ਼ਰ ਪਏ ਸਨ, ਇਹ ਆ ਜਿਹੜੇ ਨੇ ਇਹ ਕਿਹੜੇ ਨੇ ਜੀ? ਇਹ ਮੁਗਲ ਸਿੱਕੇ ਨੇ ਜੀ। ਇਹਦੇ ਵਿੱਚ ਇਹ ਔਰੰਗਜ਼ੇਬ ਦੇ ਸਿੱਕੇ ਨੇ ਜੀ ਸਾਰੇ। ਤੇ ਇਹ ਅਕਬਰ ਦੇ ਸਿੱਕੇ ਨੇ, ਇਹਨੂੰ ਚੌਰਸੀਆਂ ਕਹਿੰਦੇ ਆ। ਅੱਛਾ, ਇਹ ਚੌਰਸ ਸਿੱਕੇ ਕੱਢੇ ਨੇ ਅਕਬਰ ਨੇ। ਤੇ ਇਹ ਹਾਫ ਰੁਪਈ ਹੈ ਜੀ ਅਕਬਰ ਦਾ ਦੋਨੇ।
ਤੇ ਇਸ ਤਰ੍ਹਾਂ ਔਰੰਗਜ਼ੇਬ ਦੇ, ਮੁਹੰਮਦ ਸ਼ਾਹ ਦੇ ਤੇ ਮੁਹੰਮਦ ਸ਼ਾਹ, ਇਸ ਤਰ੍ਹਾਂ ਕਰਕੇ ਸ਼ਾਹ ਆਲਮ, ਅਹਿਮਦ ਸ਼ਾਹ ਬਾਬਰ ਬਹਾਦਰ। ਵੇਲੇ ਦੇ ਵੀ ਸਿੱਕੇ ਮਿਲਦੇ ਨੇ? ਬਾਬਰ ਦੇ ਸਿੱਕੇ ਬਹੁਤ ਰੇਅਰ ਆ ਜੀ, ਬਹੁਤ ਘੱਟ ਮਿਲਦਾ, ਮਤਲਬ ਮਿਲਦਾ ਕਦੇ ਕਦਾਈ ਦੇਖਣ ਨੂੰ ਮਿਲ ਜਾਂਦਾ, ਪਰ ਬਹੁਤ ਘੱਟ ਆ ਜੀ ਇਹ ਬਾਬਰ ਦਾ ਸਿੱਕਾ। ਤੇ ਬਾਬਰ ਇੱਕ ਆਹ ਜਾਣਕਾਰੀ ਦਿਓ, ਆਹ ਕਿਹੜੇ ਆ ਜੀ? ਆਹ ਦੇਖੋ, ਆਹ ਇਸ ਤਰ੍ਹਾਂ ਲੱਗ ਰਿਹਾ ਵੀ ਜਿਵੇਂ ਡੁਪਲੀਕੇਟ ਹੁੰਦਾ ਆ। ਹਾਂਜੀ, ਇਹਦੇ ਵਿੱਚ ਬਕਾਇਦਾ ਮੈਂਸ਼ਨ ਕੀਤਾ ਹੋਇਆ ਜੀ। ਇਹ ਸਿਰਫ ਜਸਟ ਇੱਕ ਜਾਣਕਾਰੀ ਤਾਂ ਹੀ ਰੱਖੇ ਹੋਏ ਨੇ ਵੀ ਇਹਨਾਂ ਨੂੰ ਵੀ ਸਿੱਕੇ ਨਾ ਪੜਿਆ ਜਾਵੇ। ਇਹਦੇ ਉੱਪਰ ਬਕਾਇਦਾ ਲਿਖਿਆ ਟੋਕਨ, ਜਿਸ ਤਰ੍ਹਾਂ ਮਾਤਾ ਵੈਸ਼ਨੋ ਦੇਵੀ ਟੋਕਨ, ਜਾਂ ਆ ਕਲਮਾ ਟੋਕਨ, ਮੂਨ ਚੰਦ ਤਾਰਾ ਟੋਕਨ, ਜਾਂ ਅੱਜ ਕੱਲ ਫੇਸਬੁੱਕ ਤੇ ਜਾਂ ਲੋਕਾਂ ਨੇ ਫੋਟੋ ਪਾ ਦਿੰਦੇ ਜੀ ਸਾਡੇ ਕੋਲ ਗੁਰੂ ਨਾਨਕ ਦੇਵ ਜੀ ਦਾ ਸਿੱਕਾ, ਗੁਰੂ ਨਾਨਕ ਦੇਵ ਜੀ ਬਾਲਾ ਮਰਦਾਨਾ ਬੈਠੇ ਆ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਬੈਠੇ ਆ। ਉਹ ਸਿੱਕਾ ਨਹੀਂ ਹੈਗਾ ਜੀ ਅਸਲ ਦੇ ਵਿੱਚ। ਉਹ ਜਿਹੜਾ ਆ ਉਹ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਸੁਨਿਆਰੇ ਸੀਗੇ, ਉਹ ਸੁਨਿਆਰੇ ਮਤਲਬ ਉਹਨਾਂ ਕਹਿ ਲਓ ਗੁਰੂਆਂ ਦੀ ਕਹਿ ਲਓ, ਜਾਂ ਉਹਨਾਂ ਦੇ ਜਿਹੜੇ ਪੀਰ ਪੈਗੰਬਰ ਨੇ ਉਹਨਾਂ ਦੀ ਯਾਦ ਵਿੱਚ ਬਣਾਉਂਦੇ ਸੀਗੇ ਸਿੱਕਾ, ਟੋਕਨ ਟਾਈਪ। ਜਿਸ ਸਿੱਕੇ ਦੇ ਉੱਪਰ ਉਹਦੀ ਡਿਨੋਮੀਨੇਸ਼ਨ, ਉਹਦੀ ਵੈਲਿਊ, ਚਾਹੇ ਉਹ ਅੱਧਾ ਪੈਸਾ ਲਿਖਿਆ, ਚਾਹੇ ਉਹ 1 ਪੈਸਾ ਲਿਖਿਆ, ਚਾਹੇ ਅੱਧਾ ਆਨਾ ਲਿਖਿਆ, ਚਾਹੇ 1 ਆਨਾ ਲਿਖਿਆ, ਜਿੰਨਾ ਚਿਰ ਉਹਦੇ ਉੱਪਰ ਉਹਦੀ ਵੈਲਿਊ ਨਹੀਂ ਹੈਗੀ, ਉਹ ਸਿੱਕਾ ਨਹੀਂ ਕਦੇ ਵੀ ਕਹਿਲਾ ਸਕਦਾ, ਉਹ ਟੋਕਨ ਹੀ ਰਹੂਗਾ। ਤੁਹਾਨੂੰ ਕਿਵੇਂ ਪਤਾ ਲੱਗਦਾ ਹੈ? ਹੁਣ ਮੰਨ ਲਓ ਆ ਮੇਰੇ ਕੋਲੇ ਪਏ ਨੇ, ਹੁਣ ਮੈਨੂੰ ਨਹੀਂ ਪਤਾ ਵੀ ਇਹਨਾਂ ਵਿੱਚੋਂ ਡੁਪਲੀਕੇਟ ਕਿਹੜਾ ਤੇ ਓਰੀਜਨਲ ਕਿਹੜਾ। ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਵੀ ਆਹ ਅਸਲੀ ਆ ਤਾਂ ਨਕਲੀ ਹੈ? ਕਿਉਂਕਿ ਦੇਖੋ ਜਿਵੇਂ ਆਪਾਂ ਇਸ ਲਾਈਨ ਦੇ ਵਿੱਚ ਬੜੀ ਖੂਬੀ ਜਾਵਾਂਗੇ, ਐਕਸਪੀਰੀਅੰਸ ਹੋ ਜਾਂਦਾ, ਸਿੱਕਾ ਦੇਖ ਕੇ ਜੱਜ ਹੋ ਜਾਂਦਾ ਵੀ ਇਹ ਅਸਲੀ ਆ ਕਿ ਨਕਲੀ ਆ। ਰਹੀ ਗੱਲ ਆਹ ਦੇਖੋ ਨਾ, ਇਹ ਤਾਂ ਮਾਤਾ ਵੈਸ਼ਨੋ ਦੇਵੀ ਜਿਹੜਾ ਉੱਥੇ ਮੰਦਿਰ ਟਰਸਟ ਆ, ਸਾਈਨ ਬੋਰਡ, ਉਹਨਾਂ ਵੱਲੋਂ ਇਹ ਦਿੱਤੇ ਗਏ ਟੋਕਨ ਨੇ ਜਿਹੜੇ ਕਿ ਪ੍ਰਸ਼ਾਦ ਦੇ ਵਿੱਚ ਮਿਲਦੇ ਨੇ, ਤਾਂ ਕਿ ਬੰਦਾ ਇਸ ਸਿੱਕਿਆਂ ਨੂੰ ਕਹਿ ਲਓ ਜਾਂ ਟੋਕਨ ਨੂੰ ਕਹਿ ਲਓ ਆਪਣੇ ਬਟੂਏ 'ਚ ਜਾਂ ਆਪਣੇ ਗੱਲੇ ਦੇ ਵਿੱਚ ਜਿੱਥੇ ਕੋਈ ਪੈਸਾ ਧੇਲਾ ਰੱਖਦੇ ਉੱਥੇ ਰੱਖ ਲੈਂਦੇ ਨੇ। ਤੇ ਇਹ ਜਿਹੜਾ ਪਲਾਸਟਿਕ ਦਾ, ਜਿਵੇਂ ਪਲਾਸਟਿਕ ਦੇ ਟੋਕਨ ਆਉਂਦੇ ਸੀ ਪਹਿਲਾਂ, ਜਾਂ ਉਸ ਤਰ੍ਹਾਂ ਦੇ ਇਹ ਸਿੱਕੇ ਕਹਿ ਲਓ, ਜਾਂ ਇਹਨਾਂ ਵੱਟੇ ਪੇਂਟਰਾਂ ਨੂੰ ਜਿਵੇਂ ਪੇਂਟ ਦੇ ਵਿੱਚ ਕੋਈ ਟੋਕਨ ਪਾਇਆ ਵੀ 5 ਰੁਪਏ ਦਾ ਟੋਕਨ ਆ ਜੀ, 20 ਰੁਪਏ ਦਾ ਟੋਕਨ ਆ, ਜਾਂ 100 ਰੁਪਏ ਦਾ ਟੋਕਨ ਆ, ਉਹਨੂੰ ਆਪਾਂ ਟੋਕਨ ਕਹਾਂਗੇ। ਉਹ ਜਦ ਕਿ ਉਹਦੇ ਵੱਟੇ ਆਪਾਂ ਨੂੰ ਪੈਸੇ ਮਿਲ ਜਾਣੇ ਨੇ, ਪਰ ਉਹਨੂੰ ਟੋਕਨ ਹੀ ਗਿਣਿਆ ਜਾਏਗਾ।